ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਇੰਡੀਆ ਭਾਈਵਾਲੀ ਕਰਨਾ ਚਾਹੁੰਦੇ ਨੇ ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ ਸਪੇਸ ਸਾਇੰਸ ਦੇ ਵਿੱਚ ਕਿ ਹੋਰ ਮਿਲ ਕੇ ਤਰੱਕੀ ਕਰੀਏ। ਬਾਕੀ ਮੁਲਕ ਵੀ ਭਾਰਤ ਵੱਲ ਵੇਖ ਰਹੇ ਨੇ, ਇਸਰੋ ਵੱਲ ਵੇਖ ਰਹੇ ਨੇ ਕਿ ਭਾਈਵਾਲੀ ਕੀਤੀ ਜਾਵੇ, ਅੱਗੇ ਹੋਰ ਵਧਿਆ ਜਾਵੇ ਇਸ ਖੇਤਰ ਦੇ ਵਿੱਚ। ਔਰ ਉਧਰ ਚੰਦਰਯਾਨ 3 ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ ਪੂਰੀਆਂ ਕਰਦਾ ਪਿਆ, ਤਸਵੀਰਾਂ ਭੇਜ ਰਿਹਾ, ਗਿਆਨ ਭੇਜ ਰਿਹਾ, ਡਾਟਾ ਭੇਜ ਰਿਹਾ, ਐਨਾਲਿਸਿਸ ਭੇਜ ਰਿਹਾ। ਪੂਰੀ ਤਰ੍ਹਾਂ ਨਾਲ ਮਾਡਰਨ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ, ਐਡਵਾਂਸ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਚੰਦਰਯਾਨ 3 ਆਪਣਾ ਕੰਮ 14 ਦਿਨਾਂ ਤੱਕ ਪੂਰਾ ਕਰਦਾ ਰਹੇਗਾ। ਇਹ ਵਿਗਿਆਨਿਕਾਂ ਦਾ ਪੱਕਾ ਅਨੁਮਾਨ ਹੈ ਔਰ ਇਹ ਅਨੁਮਾਨ ਸੱਚ ਸਾਬਿਤ ਜ਼ਰੂਰ ਹੋਣਾ ਹੈ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਇੱਕ ਟਰਾਈ ਆ ਕਿ ਇਹ ਉਤਰੇ ਸਾਊਥ ਪੋਲ ਦੇ ਉੱਤੇ ਚੰਦ ਦੇ, ਇੱਕ ਟਰਾਈ ਆ, ਨਹੀਂ ਤਾਂ ਉਸ ਤੋਂ ਬਾਅਦ ਫਿਰ 4 ਦਿਨਾਂ ਬਾਅਦ ਫਿਰ ਟਰਾਈ ਕੀਤੀ ਜਾਏਗੀ। ਪਰ ਪਹਿਲੀ ਟਰਾਈ ਸਫਲ ਹੋਈ ਔਰ ਚੰਦਰਯਾਨ 3 ਉਤਰਿਆ ਸਾਊਥ ਪੋਲ ਦੇ ਉੱਤੇ। ਪਹਿਲੀ ਵਾਰ ਕੋਈ ਦੁਨੀਆ ਦਾ ਦੇਸ਼ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਇਆ। ਸੋ ਚੰਦਰਯਾਨ 3 ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਨਿੱਕਾ ਜਿਹਾ ਰੋਵਰ ਉਹਦੇ ਵਿੱਚੋਂ ਨਿਕਲ ਕੇ ਆਪਣਾ ਕੰਮ ਕਰਦਾ ਪਿਆ। ਵਿਕਰਮ ਪੂਰੀ ਟੈਲੀਕਾਸਟ ਕਰਦਾ ਪਿਆ, ਜੋ ਵੀ ਵਿਕਰਮ ਨੂੰ ਉਹ ਰੋਵਰ ਭੇਜਦਾ ਪਿਆ, ਤਸਵੀਰਾਂ, ਜਾਣਕਾਰੀ। ਔਰ ਇਹ ਡਾਟਾ ਪੂਰੀ ਹਿਊਮੈਨਿਟੀ ਵਾਸਤੇ ਹੈ, ਪੂਰੀ ਦੁਨੀਆ ਵਾਸਤੇ ਹੈ। ਐਲਨ ਮਸਕ ਨੇ ਇਹਦੀ ਖਾਸ ਤਾਰੀਫ ਕੀਤੀ ਹੈ ਕਿ ਇੰਨੇ ਘੱਟ ਬਜਟ ਦੇ ਵਿੱਚ ਸਿਰਫ 600 ਕਰੋੜ ਦੇ ਵਿੱਚ 600 ਕਰੋੜ ਰੁਪਏ ਦੇ ਵਿੱਚ ਭੇਜ ਦਿੱਤਾ ਗਿਆ ਹੈ ਯਾਨ, ਔਰ ਅੰਤਰਿਕਸ਼ ਦੇ ਵਿੱਚ ਕਮਾਲ ਕਰਕੇ ਦਿਖਾਇਆ ਹੈ ਭਾਰਤ ਨੇ। ਔਰ ਕਈ ਲੋਕ ਮਜ਼ਾਕ ਵਿੱਚ ਵੀ ਕਹਿੰਦੇ ਨੇ ਕਿ ਅਸੀਂ ਜੁਗਾੜੂ ਲੋਕ ਹਾਂ, ਅਸੀਂ ਜੁਗਾੜ ਬਹੁਤ ਵਧੀਆ ਕਰ ਲੈਂਦੇ ਹਾਂ, ਇਸ ਕਰਕੇ ਅਸੀਂ ਬਾਕੀ ਦੇਸ਼ਾਂ ਵਾਸਤੇ ਵੀ ਜੁਗਾੜ ਕਰਨ ਨੂੰ ਤਿਆਰ ਹਾਂ। ਔਰ ਇਹਦੇ ਨਾਲ ਸਪੇਸ ਇਕੋਨਮੀ ਹੋਰ ਜ਼ਿਆਦਾ ਵਿਸਤਾਰ ਵਿੱਚ ਜਾਏਗੀ, ਕਿਉਂਕਿ ਬਾਕੀ ਦੇਸ਼ ਵੀ ਭਾਰਤ ਨਾਲ ਕੰਟੈਕਟ ਕਰਕੇ ਆਪਣੇ ਯਾਨ ਇਸੇ ਤਰ੍ਹਾਂ ਅੰਤਰਿਕਸ਼ ਦੇ ਵਿੱਚ ਸਥਾਪਿਤ ਕਰਨਾ ਚਾਹੁੰਦੇ ਨੇ। ਪਹਿਲਾਂ ਵੀ ਨਾਸਾ ਨੇ ਇਹ ਚੀਜ਼ ਡਿਕਲੇਅਰ ਕੀਤੀ ਸੀ ਕਿ ਚੰਦ ਦੇ ਉੱਤੇ ਜੀਵਨ ਹੋ ਸਕਦਾ ਹੈ, ਔਰ ਇੱਦਾਂ ਦੇ ਪ੍ਰੂਫ ਮਿਲੇ ਵੀ ਨੇ ਕਿ ਚੰਦ ਦੇ ਉੱਤੇ ਜੀਵਨ ਹੈ। ਤੇ ਚੰਦਰਯਾਨ 3 ਦੇ ਅੰਕੜੇ ਇਸ ਗੱਲ ਨੂੰ ਨਿਸ਼ਚਿਤ ਕਰਨਗੇ ਕਿ ਉੱਥੇ ਜੀਵਨ ਹੈ, ਜੀਵਨ ਦੇ ਕੰਟੈਂਟ ਮੌਜੂਦ ਨੇ, ਔਰ ਉਸ ਦੇ ਨਾਲ ਉੱਥੇ ਬਸਤੀਆਂ ਬਣਾਈਆਂ ਜਾ ਸਕਦੀਆਂ ਨੇ, ਇਨਸਾਨ ਜਾ ਕੇ ਉੱਥੇ ਵਸ ਸਕਦਾ ਹੈ। ਇਹ ਪੂਰੀ ਦੁਨੀਆ ਵਾਸਤੇ ਗ੍ਰੇਟ ਨਿਊਜ਼ ਹੈ। ਦੂਸਰੀ ਗ੍ਰੇਟ ਨਿਊਜ਼ ਜੋ ਅਮਰੀਕਾ ਦੀ ਧਰਤੀ ਤੇ ਹੋ ਰਹੀ ਹੈ ਕਿ ਚੰਦਰਯਾਨ 4 ਕੌਣ ਹੋ ਸਕਦਾ ਹੈ? ਵਿਵੇਕ ਰਾਮਾਸਵਾਮੀ, ਜੋ ਕਿ ਇਸ ਦੌੜ ਵਿੱਚ ਸ਼ਾਮਿਲ ਨੇ ਕਿ ਉਹ ਵੀ ਪ੍ਰੈਜ਼ੀਡੈਂਟ ਬਣਨ ਅਮਰੀਕਾ ਦੇ, ਅਤੇ ਅਮਰੀਕਾ ਦੇ ਲੋਕਾਂ ਦੀ ਸੇਵਾ ਕਰਨ। ਭਾਰਤੀ ਮੂਲ ਦੇ ਉਹ ਰਹਿਣ ਵਾਲੇ ਔਰ ਭਾਰਤੀ ਮੂਲ ਦੇ ਉਹ ਉੱਥੇ ਜੰਮੇ ਪਲੇ। ਸੋ ਉਹਨਾਂ ਨੇ ਇਸ ਚੀਜ਼ ਨੂੰ ਡਿਕਲੇਅਰ ਕੀਤਾ ਕਿ ਜੇ ਮੈਨੂੰ ਪ੍ਰੈਜ਼ੀਡੈਂਟ ਮਿਲਣ ਦਾ ਮੌਕਾ ਨਹੀਂ ਵੀ ਮਿਲਦਾ ਤਾਂ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਮਿਲ ਕੇ ਵੀ ਆਪਣੀ ਸਾਰੀ ਕਾਰਗੁਜ਼ਾਰੀ ਕਰ ਸਕਦਾ ਹਾਂ। ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਵੀ ਮੈਂ ਅਮਰੀਕਾ ਦੇ ਲੋਕਾਂ ਦੀ ਸੇਵਾ ਕਰ ਸਕਦਾ। ਔਰ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਜੇ ਭਾਰਤ ਤੇ ਅਮਰੀਕਾ ਆਪਸ ਦੇ ਵਿੱਚ ਮਿਲ ਜਾਂਦੇ ਨੇ ਤਾਂ ਚੀਨ ਦੇ ਉੱਤੇ ਜੋ ਡਿਪੈਂਡ ਕਰਦਾ ਹੈ USA ਇਕੋਨਮੀ ਵਾਸਤੇ, ਉਸ ਤੋਂ ਮੁਕਤੀ ਮਿਲ ਸਕਦੀ ਹੈ USA ਨੂੰ। ਇਸ ਕਰਕੇ ਭਾਰਤ ਦੀ ਜ਼ਰੂਰਤ ਹੈ USA ਨੂੰ ਔਰ USA ਦੀ ਜ਼ਰੂਰਤ ਹੈ ਭਾਰਤ ਨੂੰ। ਦੋਵੇਂ ਮਿਲ ਕੇ ਜੇ ਚੱਲਣ ਤਾਂ ਦੁਨੀਆ ਦੇ ਵਿੱਚ ਕਮਾਲ ਕਰ ਸਕਦੇ ਨੇ। ਔਰ USA ਚੀਨ ਦੇ ਉੱਤੇ ਜੋ ਡਿਪੈਂਡੈਂਸੀ ਹੈ, ਜੋ ਨਿਰਭਰਤਾ ਹੈ, ਉਸ ਤੋਂ ਮੁਕਤੀ ਮਿਲ ਸਕਦੀ ਹੈ। ਔਰ ਇਸੇ ਗੱਲ ਨੂੰ ਹੋਰ ਅੱਗੇ ਵਧਾਵਾਂਗੇ, ਨਾਲ ਪੰਜਾਬ ਦੇ ਮੁੱਦਿਆਂ ਦੀ, ਨਾਲ ਦੇਸ਼ ਦੁਨੀਆ ਦੇ ਮੁੱਦਿਆਂ ਦੀ, ਨਾਲ ਭਾਰਤ ਦੇ ਮੁੱਦਿਆਂ ਦੀ ਗੱਲਬਾਤ ਕਰਾਂਗੇ। ਹੁਣ ਚੱਲਦੇ ਹਾਂ ਆਪਣੇ ਅਗਲੇ ਵਿਸ਼ਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਪੂਰੇ ਦੁਨੀਆ ਵਿੱਚ ਭਾਰਤ ਦਾ ਨਾਂ ਜਿਹੜਾ ਬੜਾ ਉੱਭਰ ਕੇ ਆਇਆ ਚੰਦਰਯਾਨ 3 ਨਾਲ, ਔਰ ਉਹਦੀ ਦੂਜੀ ਜਿਹੜੀ ਭਾਈਵਾਲੀ ਆ ਅਮਰੀਕਾ ਨਾਲ ਵੀ ਸਾਂਝ ਪੈ ਰਹੀ ਆ ਜੀ। ਔਰ ਉਹਦੀ ਸਾਂਝ ਦੇ ਵਿੱਚ ਜਦੋਂ ਅਮਰੀਕਾ ਨਾਲ ਪਹਿਲਾਂ ਤੋਂ ਚੱਲਦੀ ਆ ਰਹੀ ਹੈ, ਜਦੋਂ ਅਮਰੀਕਾ ਗਿਆ ਵਾ ਇੱਕ ਵਾਰੀ ਚੰਦਰਮਾ 'ਤੇ, ਉਹਦੇ ਵਿੱਚ ਸਾਡੇ ਵਿਗਿਆਨੀ ਨਾਲ ਪਹੁੰਚੇ ਸੀਗੇ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਹਿੰਦੁਸਤਾਨ ਦੇ। ਔਰ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੇ ਭਾਰਤੀ ਮੂਲ ਦੇ ਸਾਡੇ ਲੋਕ ਨੇ ਜਾਂ ਜਿਹੜੇ ਸ਼ਖਸੀਅਤਾਂ ਨੇ ਬਾਹਰਲੇ ਦੇਸ਼ਾਂ ਵਿੱਚ, ਵਿਵੇਕ ਰਾਮਾਸਵਾਮੀ ਜੀ ਦਾ ਨਾਮ ਵੀ ਉੱਭਰ ਕੇ ਅਮਰੀਕਾ 'ਚ ਆ ਰਿਹਾ। ਔਰ ਉਹਨਾਂ ਨੇ ਵੀ ਆਉਣ ਵਾਲੇ ਜਿਹੜੀਆਂ ਇਲੈਕਸ਼ਨ ਆ ਉਹਦੇ ਵਿੱਚ ਆਪਣਾ ਲਗੋਟਾ ਸਜਾ ਲਿਆ ਔਰ ਪੂਰੇ ਤਰ੍ਹਾਂ ਮੈਦਾਨ ਵਿੱਚ ਨਿੱਤਰੇ ਪਏ ਨੇ। ਔਰ ਉਹਨਾਂ ਦੇ ਬਿਆਨ ਜਿਹੜੇ ਆ ਕੱਲ੍ਹ ਬੜੇ ਆ ਰਹੇ ਆ, ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਸਿਸਟਮ ਜਿਹੜਾ ਹੈਗਾ ਉਹ ਵਿੱਚ ਕੇਵਲ ਭਾਰਤੀ ਨਹੀਂ ਗੇ, ਪੂਰਾ ਏਸ਼ੀਆ ਵੀ ਹੈਗਾ। ਔਰ ਅਮਰੀਕਾ ਦੇ ਜਿਹੜੇ ਮੂਲ ਨਿਵਾਸੀ ਜਾਂ ਲੋਕ ਨੇ ਉਹ ਉਹਨਾਂ ਦੀ ਬਹੁਤ ਵੱਡੀ ਪਸੰਦ ਹੈ। ਔਰ ਵੇਖੋ ਐਤਕੀ ਕਿਸਮਤ ਅਜ਼ਮਾਈ ਉਹਨਾਂ 'ਤੇ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿਉਂਕਿ ਅਸੀਂ ਅੱਗੇ ਬ੍ਰਿਟੇਨ ਵਿੱਚ ਵੀ ਸਾਡੇ ਭਾਰਤੀ ਮੂਲ ਦੇ ਹੀ ਪ੍ਰਧਾਨ ਮੰਤਰੀ ਨੇ, ਔਰ ਅਮਰੀਕਾ ਵਿੱਚ ਜਿਹੜੇ ਉਪ ਪ੍ਰੈਜ਼ੀਡੈਂਟ ਸਾਡੇ ਉੱਥੇ ਦੇ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ, ਉਹ ਵੀ ਉੱਥੋਂ ਦੇ ਜਿਹੜੇ ਹੈਗੇ ਭਾਰਤੀ ਮੂਲ ਦੇ ਹੀ ਆ, ਕਮਲਾ ਹੈਰਿਸ। ਔਰ ਇਸ ਤਰ੍ਹਾਂ ਬਾਕੀ ਦੇਸ਼ਾਂ ਵਿੱਚ ਵੀ, ਸਿੰਗਾਪੁਰ ਵਿੱਚ ਵੀ ਇਹਦਾ
ਜਿਹੜਾ ਹੁਣ ਜ਼ਿਕਰ ਸੁਣਿਆ ਹੈਗਾ, ਔਰ ਕਿਹੜਾ ਦੇਸ਼ ਹੈ ਜਿੱਥੇ ਸਾਡੇ ਭਾਰਤੀ ਲੋਕ ਬੈਠੇ ਨੇ, ਭਾਰਤੀ ਮੂਲ ਦੇ ਲੋਕ ਬੈਠੇ ਨੇ, ਔਰ ਸਿਰਫ ਤੇ ਸਿਰਫ ਉਹ ਅੰਗਰੇਜ਼ਾਂ ਵਾਂਗੂ ਤਾਂ ਉੱਦਾਂ ਹੀ ਇੰਗਲਿਸ਼ ਬੋਲਦੇ ਆ, ਉੱਦਾਂ ਫਲੂਐਂਟਲੀ ਗੱਲਾਂ ਕਰਦੇ ਆ, ਕਿਉਂਕਿ ਉੱਥੇ ਪੜ੍ਹੇ ਲਿਖੇ, ਉੱਥੇ ਜੰਮੇ ਪਲੇ। ਜਿਹੜਾ NDP ਕੈਨੇਡਾ ਦੇ ਵਿੱਚ ਹੈਗਾ ਜਗਮੀਤ ਸਿੰਘ, ਉਹਦੀਆਂ 29 ਸੀਟਾਂ ਨਾਲ ਹੀ ਜਸਟਨ ਟਰੂਡੋ ਇਸ ਵੇਲੇ ਉੱਥੋਂ ਦੇ ਪ੍ਰਧਾਨ ਮੰਤਰੀ ਬਣ ਕੇ ਬੈਠੇ ਆ। ਔਰ ਜੇਕਰ ਅਗਲੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕਹਿੰਦੇ ਨੇ ਕਿ ਵੁੱਡ ਵੀ ਜਿਹੜੀ ਹੈਗੀ ਅਗਲੀ ਜਿਹੜੀ ਉੱਥੋਂ ਦੀ ਅਧਿਕਾਰੀ ਬਣਨਾ ਜਾਂ ਉੱਥੋਂ ਦਾ ਪ੍ਰਧਾਨ ਮੰਤਰੀ ਬਣਨਾ, ਉਹ ਫਿਰ ਉਹਨਾਂ 'ਤੇ ਗੁਣਾ ਪੈ ਰਿਹਾ ਵਾ, ਔਰ ਜਗਮੀਤ ਸਿੰਘ ਜੀ ਸ਼ਾਇਦ ਆਉਣਗੇ। ਉਹਨਾਂ ਦਾ ਜੇ ਕਿ ਤੁਸੀਂ ਦੇਖੋ ਜਦੋਂ ਘੁੰਮਦੇ ਆ ਪੂਰੇ ਕੈਨੇਡਾ ਵਿੱਚ ਘੁੰਮਦੇ ਆ ਤਾਂ ਦੁਨੀਆ ਉਹਨਾਂ ਦੇ ਪਿੱਛੇ ਆ, ਔਰ ਉਹਨਾਂ ਨੂੰ ਗੱਲ ਵੱਕੜੀਆਂ ਪਾਉਂਦੇ ਆ, ਇੰਨਾ ਉਹ ਲੋਕਪ੍ਰਿਆ ਨੇਤਾ ਹੋ ਗਿਆ। ਇਹਦੇ ਵਿੱਚ ਬੜੀ ਵੱਡੀ ਮਾਣ ਦੀ ਗੱਲ ਹੈ ਸੰਜੀਵ ਜੀ, ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਆ ਉਹਦੇ ਵਿੱਚ ਇਹੀ ਸ਼ੁਰੂਆਤ ਹੈਗੀ ਕਿ ਭਾਰਤੀ ਮੂਲ ਦੇ ਜਿੱਥੇ ਜਿੱਥੇ ਲੋਕ ਬੈਠੇ ਨੇ ਉਹਨਾਂ ਨੇ ਬਹੁਤ ਰੁਤਬੇ ਵਾਲਾ ਕੰਮ ਕੀਤਾ ਹੈ। ਚਾਹੇ ਉਹਨਾਂ ਦੀ ਆਪਣੇ ਦੇਸ਼ ਵਿੱਚ ਬਹੁਤ ਹੀ ਧਿਆਨ ਨਹੀਂ ਹੈਗਾ, ਜਿਹਦੇ ਵਿੱਚ ਸਾਡੇ 'ਚ ਦੋ ਪਾਰਟੀ ਨਹੀਂ, ਸਾਡੇ 'ਚ ਮਲਟੀ ਪਾਰਟੀ ਸਿਸਟਮ ਹੈ। ਉਹ ਤੇ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋ ਪਾਰਟੀਆਂ ਦੀ ਆਪਸੀ ਜਿਹੜੀ ਹੈਗੀ ਆ ਉਹ ਟਕਰਾਅ ਹੁੰਦਾ। ਸਾਡੇ 'ਚ ਤਾਂ ਗਰਾਊਂਡ ਇੱਕ ਹੈ ਅਤੇ ਟੀਮਾਂ ਜ਼ਿਆਦਾ ਹੈਗਾ, ਉਹਦੇ ਵਿੱਚ ਟੀਮਾਂ 'ਚ ਪਤਾ ਲੱਗਦਾ ਕਿਹੜੀ ਟੀਮ ਜੇਤੂ ਹੈਗੀ ਹੈ, ਕਿਹੜਾ ਬਾਲ ਲੈ ਕੇ ਚਲੇ ਗਿਆ, ਕਿਹੜਾ ਬਾਲ ਲੈ ਕੇ ਚਲੇ ਗਿਆ, ਕਿਹਨੇ ਗੋਲ ਕਰਤਾ, ਅਤੇ ਕਿਹੜਾ ਜਿਹੜਾ ਹੈਗਾ ਗੋਲਾਂ ਤੋਂ ਬਾਅਦ ਪਾਰਟੀ ਬਣ ਕੇ ਰਹਿ ਗਿਆ। ਤੇ ਜਿਹੜਾ ਇਹ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਬਾਰੇ ਵਿਵੇਕ ਰਾਮਾਸਵਾਮੀ ਗੱਲ ਕਰ ਰਹੇ ਨੇ ਕਿ ਇਸ ਦੇ ਨਾਲ ਚੀਨ ਦੇ ਉੱਤੇ ਆਰਥਿਕ ਆਜ਼ਾਦੀ ਸਾਨੂੰ ਅਮਰੀਕਾ ਨੂੰ ਮਿਲ ਸਕਦੀ ਹੈ, ਚੀਨ ਦੇ ਉੱਤੇ ਨਿਰਭਰਤਾ ਘੱਟ ਹੋ ਸਕਦੀ ਹੈ ਜੇ ਅਸੀਂ ਭਾਰਤ ਦੇ ਨਾਲ ਭਾਈਵਾਲੀ ਕਰ ਲਈਏ। ਇਹ ਕਿਹੜੀ ਇਕਨੋਮਿਕਸ ਹੈ ਇਹਦੇ ਪਿੱਛੇ? ਹੁਣ ਇਹਨਾਂ ਦਾ ਐਲਾਨ ਹੋਇਆ ਹੈਗਾ ਵਿਵੇਕ ਜੀ ਦਾ, ਔਰ ਇਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹ ਜਿਹੜੀ ਇਸ ਵੇਲੇ ਭਾਈਵਾਲੀ ਆ ਸਾਡੀ, ਇਹਦਾ 'ਚ ਬਾਈਡਨ ਸਾਹਿਬ ਵੀ ਇਸ ਚੀਜ਼ 'ਤੇ ਬਿਲਕੁਲ ਸਹਿਮਤ ਨੇ, ਔਰ ਉਹਨਾਂ ਨੇ ਕਹਿਤਾ ਕਿ ਭਾਰਤ ਨਾਲ ਸਾਡੀ ਭਾਈਵਾਲੀ ਆ ਬੜੇ ਚਿਰਾਂ ਤੋਂ ਹੈਗੀ ਹੈ, ਚਿਰੋਕਣੀ ਯਾਰੀ ਹੈ ਸਾਡੀ ਇਹਨਾਂ ਨਾਲ। ਔਰ ਹੁਣ ਜਿਹੜੀ ਵਪਾਰਕ ਸਾਂਝ ਆ ਜਿਸ 'ਚ ਮਾਡਰਨਾਈਜ਼ ਜਿਹੜੀਆਂ ਅਗਲੀਆਂ ਟੈਕਨੀਕਸ ਨੇ ਉਹਨਾਂ ਨਾਲ ਵੀ ਅਸੀਂ ਇਹਨਾਂ ਨਾਲ ਸਾਂਝੀ ਪਾ ਰਹੇ ਹਾਂ। ਔਰ ਇਸ ਸਾਂਝੀ ਜਾਂ ਭਾਈਵਾਲ ਜਿਹੜਾ ਬਣਨ ਦਾ ਜਿਹੜਾ ਇਹਨਾਂ ਦਾ ਜ਼ਿਕਰ ਹੈਗਾ ਉਹ ਇਸ ਕਰਕੇ ਹੈਗਾ ਕਿ ਜਿਹੜੀ ਮਾਡਰਨ ਟੈਕਨੋਲੋਜੀ, ਸਾਡੇ ਇੰਜੀਨੀਅਰ, ਸਾਡੇ ਜਿੰਨੇ ਵੀ ਸਾਇੰਟਿਸਟ ਆ ਅਮਰੀਕਾ 'ਚ ਬਹੁਤ ਬੈਠੇ ਆ, ਔਰ ਉਹਦੇ ਵਿੱਚ ਉਹਨਾਂ ਦੀ ਸਲਾਹ ਵੀ ਚੱਲਦੀ ਆ, ਔਰ ਉਹਦੇ ਵਿੱਚ ਕੁਝ ਸਾਡੇ ਜਿਹੜੇ ਸਾਇੰਟਿਸਟ ਆ ਭਾਰਤ ਦੇ ਵਿੱਚੋਂ ਨਾਸਾ ਦੇ ਵਿੱਚ ਵੀ ਬੈਠੇ ਆ, ਔਰ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਚੰਦਰਯਾਨ ਦੀ ਗੱਲ ਕੀਤੀ ਅਗਲੇ ਆਉਣ ਵਾਲੇ ਦੀ ਜਾਂ ਚੰਦਰਮਾ 'ਤੇ ਪਹੁੰਚਣ ਦੀ, ਉਹ 'ਚ ਵੀ ਭਾਈਵਾਲੀ ਸਾਡੀ ਉਹਨਾਂ ਨਾਲ ਚੱਲ ਰਹੀ ਆ। ਰਹੀ ਗੱਲ ਆਰਥਿਕਤਾ ਦੀ, ਉਹਦੇ ਵਿੱਚ ਇਹਨਾਂ ਨੇ ਕਹਿਤਾ ਜਿਹੜਾ ਇਕਨੋਮੀ ਹੈਗੀ ਜਿੱਥੇ ਸਟੇਟਸ ਹੈਗਾ ਅਮਰੀਕਾ ਚਾਹੇ ਅਬਵ ਹੈਗਾ, ਚਾਹੇ ਡਾਲਰ ਉੱਥੇ ਮਹਿੰਗਾ ਹੈਗਾ, ਪਰ ਇਹਦੇ ਨਾਲ ਜਿਹੜੀਆਂ ਕੁਝ ਚੀਜ਼ਾਂ 'ਤੇ ਨਿਰਭਰਤਾ ਉਹਨਾਂ ਦੀ ਹੈਗੀ ਆ ਚਾਈਨਾ ਨਾਲ, ਉਹ ਸਾਡੀ ਪੂਰੀ ਦੀ ਪੂਰੀ ਹੋ ਸਕਦੀ ਹੈ ਭਾਰਤ ਤੋਂ ਨਾਲੋਂ। ਭਾਰਤ ਨਾਲ ਸਾਡੇ ਅੱਛੇ ਸੰਬੰਧ ਆ, ਇਹਦੇ ਵਿੱਚ ਸਾਡੇ ਵਪਾਰਕ ਸੰਬੰਧ ਜਿਹੜੇ ਆ ਜ਼ਿਆਦਾ ਅੱਛੇ ਹੋ ਜਾਣਗੇ। ਇੰਡਸਟਰੀਲਾਈਜ਼ ਵੀ ਜਿਹੜੀ ਹੈਗੀ ਆ, ਜਿਸ ਤਰ੍ਹਾਂ ਉਹ ਕੁਝ ਜਿਹੜੇ ਸਟੇਟ ਨੇ ਜਾਂ ਜਿਹੜੇ ਸ਼ਹਿਰ ਨੇ ਜਿੱਦਾਂ ਪੂਨੇ ਹੈਗਾ, ਕਰਨਾਟਕ, ਮਦਰਾਸ, ਬੰਗਲੌਰ, ਇਹਨਾਂ ਦੇ ਵਿੱਚ ਇੰਜੀਨੀਅਰ ਜਿਹੜੇ ਬੈਠੇ ਨੇ ਜਾਂ ਕੰਪਨੀਆਂ ਚੱਲ ਰਹੀਆਂ, ਇਹ ਕੰਪਨੀਆਂ ਜਿਹੜੀਆਂ ਟ੍ਰਾਂਸਫਰ ਹੋ ਕੇ ਅਮਰੀਕਾ 'ਚ ਵੀ ਚਲੇ ਗਈਆਂ, ਅਮਰੀਕਾ 'ਚ ਇਹਨਾਂ ਦੀਆਂ ਬ੍ਰਾਂਚਿਸ ਹੈਗੀਆਂ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜਦੋਂ ਸਾਡੇ ਇੰਜੀਨੀਅਰ ਜਾਂ ਸਾਡੇ ਇਕੋਨੋਮਿਸਟ ਜਦੋਂ ਕੰਮ ਕਰਦੇ ਆ, ਉਹ ਭਾਈਵਾਲੀ ਪਹਿਲਾਂ ਬਣਾ ਕੇ ਰੱਖਦੇ ਆ ਕਿ ਸਾਡੀਆਂ ਬ੍ਰਾਂਚਿਸ ਕਿੱਥੇ ਹੋਣਗੀਆਂ। ਸਭ ਤੋਂ ਜ਼ਿਆਦਾ ਦੁਨੀਆ ਤੋਂ ਜਿਹੜੀਆਂ ਅਮਰੀਕਾ ਦੇ ਵਿੱਚ ਸਾਡੀਆਂ ਕੰਪਨੀਆਂ ਐਸਟੈਬਲਿਸ਼ਡ ਹੈਗੀਆਂ, ਜਿਨ੍ਹਾਂ ਦਾ ਜਿਹੜਾ ਮੂਲ ਹੈਗਾ ਜਾਂ ਜਿਹੜੀਆਂ ਇੱਥੋਂ ਐਸਟੈਬਲਿਸ਼ ਹੋਈਆਂ ਇੰਡੀਆ ਤੋਂ ਹੋ ਕੇ ਗਈਆਂ, ਵੱਡੇ ਵੱਡੇ ਸ਼ਹਿਰਾਂ ਤੋਂ, ਔਰ ਉਹ ਦੇ ਇੰਜੀਨੀਅਰ ਉਹਦੇ ਟੈਕਨੋਲੋਜੀ ਜਾਣਨ ਵਾਲੇ ਸਾਰੇ ਉੱਥੇ ਬੈਠੇ ਆ, ਔਰ ਆਵਾਜਾਈ ਹੁੰਦੀ ਹੈ। ਜੇ ਤੁਸੀਂ ਇਹਦੀ ਉਦਾਹਰਣ ਮੰਗਣੀ ਹੋਵੇਗੀ, ਕੁਝ ਪੰਜਾਬ ਦੇ ਮੁੰਡੇ ਵੀ ਬੰਗਲੌਰ ਦੀਆਂ ਕੰਪਨੀਆਂ ਵਿੱਚ ਬੈਠੇ ਆ, ਕੁਝ ਮਦਰਾਸ ਦੀਆਂ ਕੰਪਨੀਆਂ 'ਚ ਬੈਠੇ ਆ। ਜਦੋਂ ਕੰਮ ਕਰਦੇ ਆ ਫਿਰ ਉਹਨਾਂ ਨੂੰ ਪ੍ਰਮੋਟ ਕਰਕੇ ਅਮਰੀਕਾ 'ਚ ਭੇਜ ਦਿੱਤਾ ਜਾਂਦਾ, ਉਹਨਾਂ ਦੀ ਫੈਮਲੀਆਂ ਨਾਲ ਉੱਥੇ ਬੈਠੀਆਂ। ਪੰਜਾਬ 'ਚ ਵੀ ਹੈਗੇ ਆ, ਹਰ ਸੂਬੇ 'ਚੋਂ ਹੈਗੇ ਆ। ਇਹ ਉਦਾਹਰਣ ਹੈਗੇ, ਇਹਨੂੰ ਦੁਹਰਾਉਣ ਲਈ ਵਿਵੇਕ ਰਾਮਾਸਵਾਮੀ ਜੀ ਨੇ ਕਹਿਤਾ ਕਿ ਜੇਕਰ ਇਹ ਗੱਲ ਹੋ ਜਾਂਦੀ ਹੈ ਤਾਂ ਅਸੀਂ ਸਾਡਾ ਪੱਲਾ ਜਿਹੜਾ ਚਾਈਨਾ ਤੋਂ ਛੁੱਟ ਸਕਦਾ ਹੈਗਾ, ਕਿਉਂਕਿ ਅਸੀਂ ਕੁਝ ਚੀਜ਼ਾਂ ਦੀ ਨਿਰਭਰਤਾ ਉਹਨਾਂ 'ਤੇ ਰੱਖਦੇ ਹਾਂ, ਕੁਝ ਅਸੀਂ ਉਹਨਾਂ ਕੋਲ ਚੀਜ਼ਾਂ ਲੈਂਦੇ ਹਾਂ, ਕੁਝ ਅਸੀਂ ਦਿੰਦੇ ਹਾਂ। ਉਹ ਜਿਹੜਾ ਵਟਾਂਦਰਾ ਹੈਗਾ ਆਜ਼ਾਦ ਨਾਲ ਨਿਰਯਾਤ ਦਾ, ਬਰਾਮਦ ਕਰਨ ਦਾ, ਉਹ ਕਹਿੰਦੇ ਅਸੀਂ ਹੁਣ ਉੱਤੇ ਨਿਰਭਰ ਨਹੀਂ ਰਵਾਂਗੇ, ਅਸੀਂ ਹਿੰਦੁਸਤਾਨ ਨਾਲ ਹੱਥ ਮਿਲਾ ਲਿਆ ਹੋਗਾ। ਔਰ ਬਾਈਡਨ ਸਾਹਿਬ ਵੀ ਆ ਰਹੇ ਆ, ਉਹਨਾਂ ਨਾਲ ਵੀ ਇਹੀ ਮੁੱਦਾ ਲੈ ਕੇ ਆ ਰਹੇ ਆ। ਪਹਿਲੋਂ ਮੋਦੀ ਸਾਹਿਬ ਉੱਥੇ ਗਏ ਸੀਗੇ। ਇਸ ਵੇਲੇ ਸਾਂਝ ਭਿਆਲੀ ਬਣ ਗਈ ਹੈਗੀ ਆ, ਜੇ ਸਾਂਝ ਭਿਆਲੀ ਚੰਗੇ ਤਰੀਕੇ ਨਾਲ ਰਹੂਗੀ। ਇਹਦੇ ਵਿੱਚ ਵੈਪਨ ਵਾਲੀ ਤਾਂ ਗੱਲ ਨਹੀਂ, ਹਥਿਆਰ ਨਹੀਂ ਵੰਡੇ ਜਾਣਗੇ, ਲਏ ਜਾਣਗੇ ਅਤੇ ਨਾ ਉਹ ਚਲਾਏ ਜਾਣਗੇ। ਸਿਰਫ ਅਤੇ ਸਿਰਫ ਕੰਪਨੀਆਂ ਦਾ ਕੰਮ ਹੋਊਗਾ। ਜਦੋਂ ਕਿ ਅਮਰੀਕਾ ਦੀਆਂ ਜਿਹੜੀਆਂ ਕੰਪਨੀਆਂ ਅਤੇ ਜਾਂ ਜਿਹੜੀਆਂ ਉੱਥੇ ਬੈਂਕਾਂ ਨੇ, ਉਹਨਾਂ ਨੂੰ ਬਹੁਤ ਵੱਡੀ ਆਰਥਿਕਤਾ ਦੀ ਢਾਲ ਲੱਗੀ ਆ। ਉਹਦੇ ਵਿੱਚ ਕਈ ਤਾਂ ਬੈਂਕਾਂ ਬੰਦ ਹੀ ਹੋ ਗਈਆਂ, ਔਰ ਕਈ ਉਹਦੇ ਵਿੱਚ ਕੰਪਨੀਆਂ ਬੰਦ ਹੋ ਗਈਆਂ। ਉਹਨਾਂ ਨੇ ਆਪਣੇ EMPLOYE ਕੱਢ ਦਿੱਤੇ ਬਾਹਰ, ਔਰ ਇਸ ਵਿੱਚ ਸੋਸ਼ਲ ਮੀਡੀਆ 'ਤੇ ਬਕਾਇਦਾ ਤੌਰ 'ਤੇ ਪੜ੍ਹਿਆ ਜਾ ਸਕਦਾ ਹੈਗਾ, ਔਰ ਬੜੇ ਬੇਰੁਜ਼ਗਾਰ ਹੋ ਗਿਆ। ਹੁਣ ਇਸ ਕਰਕੇ ਉਹਨਾਂ ਨੇ ਹਿੰਦੁਸਤਾਨ ਨਾਲ ਹੱਥ ਮਿਲਾਇਆ।
ਆਬਾਦੀ ਹਿੰਦੁਸਤਾਨ ਦੀ ਚਾਹੇ ਜ਼ਿਆਦਾ ਹੈਗੀ ਆ, ਪਰ ਕੰਮ ਕਰਨ ਦੇ ਵਿੱਚ ਇਹ ਬੜੇ ਸਿਰੜੀ ਆ, ਕੰਮ ਕਰਕੇ ਦਿਖਾ ਦਿੰਦੇ ਆ, ਮਿਹਨਤੀ ਆ। ਔਰ ਉਹਦੀ ਉਦਾਹਰਨ ਸਾਡੇ ਜਿੰਨੇ ਵੀ ਉੱਥੇ NRI ਵੀਰ ਬੈਠੇ ਨੇ, ਉਹ ਸਾਡੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਆ। ਉਹਨਾਂ ਨੂੰ ਪਤਾ ਹੈਗਾ ਕਿ ਹਿੰਦੁਸਤਾਨ ਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਕੰਮ ਕਰਕੇ ਅੱਗੇ ਆਉਂਦੇ ਆ। ਸਭ ਤੋਂ ਜ਼ਿਆਦਾ ਟੈਕਨੀਕਲ ਜਿਹੜੇ ਬੰਦੇ ਨੇ ਉਹ ਸਾਡੇ ਜਿਹੜੇ ਮੁੰਡੇ ਨੇ, ਕਰਨਾਟਕ, ਮਦਰਾਸ ਹੈ ਨਾ, ਉਹਦੇ ਵਿੱਚ ਜਿਹੜੇ ਨਾਲ ਲੱਗਦੇ ਬੰਗਲੁਰੂ, ਔਰ ਉਹਦੇ ਵਿੱਚ ਬਾਕੀ ਜਿਹੜੇ ਸ਼ਹਿਰ ਨੇ, ਉੱਥੋਂ ਬਹੁਤ ਮੁੰਡੇ ਆ ਰਹੇ ਆ। एग्जैक्टली और ਇਸੇ ਕਰਕੇ ਹੀ ਸਟੱਡੀ ਵੀਜ਼ਾ ਦੀ ਆਪਾਂ ਵੀ ਗੱਲ ਕਰਾਂਗੇ ਕਿ ਅਮਰੀਕਾ ਜੋ ਹੈ ਉਹ ਸਟੱਡੀ ਵੀਜ਼ਾ ਦੇਣਾ ਚਾਹੁੰਦਾ ਔਰ ਬਹੁਤ ਅੱਗੇ ਆ, ਸਭ ਤੋਂ ਹੀ ਅੱਗੇ ਹੈ ਬਲਕਿ ਸਟੱਡੀ ਵੀਜ਼ਾ ਦੇਣ ਦੇ ਵਿੱਚ। ਤੇ ਭਾਰਤ ਦੇ ਵਿਦਿਆਰਥੀ ਵੀ ਅੱਗੇ ਨੇ, ਹਾਲਾਂਕਿ ਚੀਨ ਤੋਂ ਵੀ ਅੱਗੇ ਨੇ ਜਿਨ੍ਹਾਂ ਨੂੰ ਸਟੱਡੀ ਵੀਜ਼ਾ ਮਿਲ ਰਿਹਾ। ਸੋ ਇਹ ਖਾਸ ਤੌਰ ਦੇ ਉੱਤੇ ਇੱਕ ਭਾਈਵਾਲੀ ਦਾ ਬੇਸ ਵੀ ਬਣ ਸਕਦਾ ਹੈ ਕਿ ਅਮਰੀਕਾ ਸਭ ਤੋਂ ਜ਼ਿਆਦਾ ਸਟੱਡੀ ਵੀਜ਼ਾ ਦੇ ਰਿਹਾ ਹੈ ਭਾਰਤ ਦੇ ਵਿਦਿਆਰਥੀਆਂ ਨੂੰ। ਇਹ ਗੱਲ ਕੀ, ਕਿਉਂਕਿ ਅਮਰੀਕਾ ਜਾਣਦਾ ਕਿ ਭਾਰਤ ਦੇ ਵਿਦਿਆਰਥੀਆਂ ਦੇ ਵਿੱਚ ਪੋਟੈਂਸ਼ੀਅਲ ਹੈ। ਜਿਵੇਂ ਤੁਸੀਂ ਦੱਸਿਆ ਹੈ ਕਿ ਏਸ਼ੀਅਨ ਦਿਮਾਗ, ਜਿੱਦਾਂ ਤੁਸੀਂ ਦੱਸਿਆ ਹੈ ਕਿ ਭਾਰਤੀ ਦਿਮਾਗ ਇਹ ਬਹੁਤ ਟੈਲੈਂਟਡ, ਬਹੁਤ ਤੇਜ਼ ਨੇ, ਇਸ ਕਰਕੇ ਤਰਜੀਹ ਦਿੱਤੀ ਜਾਂਦੀ ਹੈ। ਔਰ ਅੱਜ ਅਮਰੀਕਾ ਦੀ ਇਕਨੋਮੀ ਜਾਂ ਵੈਪਨ ਸਾਇੰਸ ਦੇਖ ਲਓ, ਉਹਦੇ ਵਿੱਚ ਭਾਰਤੀ ਖਾਸ ਤੌਰ ਤੇ ਸ਼ਾਮਿਲ ਨੇ ਔਰ ਵੱਡੀਆਂ ਵੱਡੀਆਂ ਕੰਪਨੀਆਂ ਦੇ CEO ਭਾਰਤੀ ਨੇ। ਔਰ ਇੱਥੋਂ ਦੇ ਪਾਸ ਆਊਟਸ ਜਿਹੜੇ ਨੇ ਉੱਥੇ ਜਾ ਕੇ ਬਹੁਤ ਨਾਮਨਾ ਖੱਟ ਰਹੇ ਨੇ ਔਰ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਕਰ ਰਹੇ ਨੇ। ਔਰ ਇੱਥੋਂ ਤੱਕ ਕਿ ਪੋਲੀਟੀਕਲ ਲਾਈਫ ਦੇ ਵਿੱਚ, ਸੋਸ਼ਲ ਲਾਈਫ ਦੇ ਵਿੱਚ, ਰਿਲੀਜੀਅਸ ਲਾਈਫ ਦੇ ਵਿੱਚ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਭਾਰਤ ਦੇ ਸਾਰੇ ਸੰਸਕਾਰ ਨੇ ਉਹ ਸਾਰੇ ਲੈ ਕੇ ਜਾਂਦੇ ਨੇ ਉੱਥੇ। ਸੋ ਇਹ ਸਾਰਾ ਕੁਝ ਦੇਖਦੇ ਹੋਏ ਅਮਰੀਕਾ ਹੁਣ ਖਾਸ ਤੌਰ ਤੇ ਸਟੱਡੀ ਵੀਜ਼ਾ ਦੇਣ ਦੇ ਵਿੱਚ ਸਭ ਤੋਂ ਅੱਗੇ ਹੈ। ਹਾਂ, ਇਹ ਗੱਲ ਬਿਲਕੁਲ ਦਰੁਸਤ ਹੈਗੀ ਆ ਜਿਹੜੀ ਤੁਸੀਂ ਹੁਣ ਕਹੀ ਆ। ਔਰ ਤੁਸੀਂ ਬੈਕ ਟੂ ਬੈਕ ਬੜਾ ਵਧੀਆ ਲਿੰਕ ਬਣਾਇਆ ਵਾ। ਪਹਿਲਾਂ ਆਰਥਿਕਤਾ ਦੀ ਗੱਲ ਹੋ ਰਹੀ ਸੀ, ਰਾਮਾ ਸਵਾਮੀ ਜੀ ਦੀ ਗੱਲ ਹੋ ਰਹੀ ਸੀ। ਉਹਨਾਂ ਨੇ ਕਿਹਾ ਚਾਈਨਾ ਨਾਲ ਅਸੀਂ ਕੋਈ ਗੱਠਜੋੜ ਨਹੀਂ ਰੱਖਾਂਗੇ, ਇੰਡੀਆ ਨਾਲ ਰੱਖਾਂਗੇ। ਇਹ ਵੀ ਉਹਦਾ ਪਾਰਟ ਹੈਗਾ। ਇਸ ਕਰਕੇ ਹਿੱਸਾ ਹੈਗਾ ਕਿ ਜਦੋਂ ਕੈਨੇਡਾ ਦੇ ਵਿੱਚ ਮੁੰਡੇ ਬਹੁਤ ਸਟੱਡੀ ਵੀਜ਼ਾ ਲੈ ਕੇ ਜਾ ਰਹੇ ਸੀਗੇ ਔਰ ਉੱਥੋਂ ਦੇ ਜਸਟਨ ਟਰੂਡੋ ਇਹਦੇ ਲਈ ਬੜੀ ਫੇਵਰੇਬਲ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਏਸ਼ੀਅਨ ਕੰਟਰੀ ਔਰ ਖਾਸ ਕਰਕੇ ਭਾਰਤ ਦੇ ਬੱਚੇ ਜਿਹੜੇ ਆ ਇੱਥੇ ਆ ਜਾਣ। ਔਰ ਉਹ ਅੱਜ ਸਾਡੀਆਂ ਵੀ ਹੀਰਾਂ ਉੱਥੇ ਬਹੁਤ ਬੱਚੇ ਬੈਠੇ ਆ ਔਰ ਬਹੁਤ ਪੜ੍ਹ ਰਹੇ ਆ। ਔਰ ਇਹੀ ਗੱਲ ਜਿਹੜੀ ਹੈਗੀ ਆ ਮੱਦੇਨਜ਼ਰ ਰੱਖਦਿਆਂ ਹੋਇਆਂ ਅਮਰੀਕਾ ਨੇ ਐਲਾਨ ਕੀਤਾ ਕਿ ਹੁਣ ਜਿਹੜਾ ਸਟੱਡੀ ਵੀਜ਼ਾ ਅਸੀਂ ਵੱਧ ਤੋਂ ਵੱਧ ਦੇਵਾਂਗੇ। ਇਮੀਗ੍ਰੇਸ਼ਨ ਔਰ ਜਿਹੜੀਆਂ ਐਮਬੈਸੀਆਂ ਉਹਨਾਂ ਨੂੰ ਹਦਾਇਤਾਂ ਜਾਰੀ ਹੋ ਗਈਆਂ ਕਿ ਵੱਧ ਤੋਂ ਵੱਧ ਵੀਜ਼ੇ ਦਿਓ ਤਾਂ ਕਿ ਜਿਹੜੇ ਇੰਡੀਅਨ ਲੋਕ ਨੇ ਜਾਂ ਸਟੂਡੈਂਟ ਨੇ ਇੱਥੇ ਪਹੁੰਚ ਜਾਣ। ਔਰ ਉਹਦੇ ਵਿੱਚ ਇਹ ਹੈਗਾ ਜਿਹੜਾ ਇਕਨੋਮਿਕ ਸਟੇਟਸ ਆ ਉਹ ਬਿਲਕੁਲ ਬਹੁਤ ਬੂਸਟ ਹੁੰਦਾ ਇਹਦੇ ਨਾਲ, ਕਿਉਂਕਿ ਫੀਸਾਂ ਪਹਿਲੋਂ ਜਮ੍ਹਾਂ ਕਰਾ ਦਿੱਤੀਆਂ ਜਾਂਦੀਆਂ, ਆਫਰ ਲੈਟਰ ਬਾਅਦ 'ਚ ਆਉਂਦੀ ਹੈਗੀ ਆ। ਔਰ ਉਹ ਪੈਸਾ ਜਿਹੜਾ ਇਹਦੇ ਨਾਲ ਜਿਹੜੀ ਆਰਥਿਕ ਸਥਿਤੀ ਆ ਭਾਰਤ ਦੀ ਤਾਂ ਥੋੜ੍ਹੀ ਬਹੁਤ ਡਾਵਾਂਡੋਲ ਹੁੰਦੀ ਆ। ਫਿਰ ਜਾ ਕੇ ਮੁੰਡੇ ਉੱਥੇ ਕੰਮ ਕਰ ਲੈਂਦੇ ਆ ਬਾਕਾਇਦਾ ਤੌਰ 'ਤੇ, ਉਹ ਪੈਸਾ ਫਿਰ ਜੁੜ ਜਾਂਦਾ ਹੈਗਾ। ਅੱਗੇ ਕੈਨੇਡਾ ਨੇ 20 ਘੰਟੇ ਦਿੱਤਾ ਹੁੰਦਾ ਸੀ ਕੰਮ ਵੀਕਐਂਡ 'ਤੇ, ਹੁਣ ਕੈਨੇਡਾ ਨੇ ਓਪਨ ਕਰ ਦਿੱਤਾ ਕਿ ਕਿਸੇ ਵੀ ਦਿਨ 'ਤੇ ਜਦੋਂ ਛੁੱਟੀ ਹੁੰਦੀ ਕਾਲਜ ਤੋਂ, ਜਦੋਂ ਵੀ ਵਿਹਲਾ ਮੁੰਡਾ ਕੰਮ ਕਰ ਸਕਦਾ। ਹੁਣ ਉਹੀ ਨੀਤੀ ਅਪਣਾ ਲਈ ਆ ਅਮਰੀਕਾ ਨੇ। ਅਮਰੀਕਾ ਨੇ ਕਹਿ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਕਸੀਮਮ ਜਿਹੜੇ ਵਿਜ਼ਟਰ ਵੀਜ਼ੇ ਦੇ ਨਾਲ ਜਿਹੜੇ ਸਟੂਡੈਂਟ ਵੀਜ਼ੇ ਦਿੱਤੇ ਜਾਣਗੇ, ਸਟੱਡੀ ਵੀਜ਼ੇ ਦਿੱਤੇ ਜਾਣਗੇ ਔਰ ਹਰ ਯੂਨੀਵਰਸਿਟੀਆਂ ਉੱਥੇ ਕੰਮ ਕਰਨਗੀਆਂ ਬਾਕਾਇਦਾ ਤੌਰ 'ਤੇ। ਹੁਣ ਤੁਹਾਨੂੰ ਇਹ ਪਤਾ ਹੈਗਾ ਕਿ 38 ਯੂਨੀਵਰਸਿਟੀਆਂ ਜਿਹੜੀਆਂ ਅਮਰੀਕਾ ਦੀਆਂ, ਉਹਦੇ ਜਿਹੜੇ ਕਾਰਕੁਨ ਨੇ, ਜਿਹੜੇ ਅਧਿਕਾਰੀ ਨੇ, ਇੰਡੀਆ 'ਚ ਆ ਕੇ ਬਹਿ ਗਏ। ਇੰਡੀਆ 'ਚ ਆ ਕੇ ਜਿਹੜੇ ਮੈਂ ਨਾਂ ਲਏ ਸ਼ਹਿਰਾਂ ਦੇ, JNK 'ਚ ਵੀ ਚਲੇ ਗਏ ਆ, ਪੰਜਾਬ ਦੇ ਵਿੱਚ ਵੀ ਆ ਗਏ ਆ ਔਰ ਉਹਦੇ ਵਿੱਚ ਕਰਨਾਟਕ, ਮਦਰਾਸ ਔਰ ਕੇਰਲਾ, ਇਹਨਾਂ ਦੇ ਵਿੱਚ ਆ ਕੇ ਬੈਠੇ ਆ। ਉਹਨਾਂ ਨੇ ਆ ਕੇ ਸੈਮੀਨਾਰ ਲਾ ਦਿੱਤੇ ਆ। ਸੈਮੀਨਾਰ ਇਸ ਤਰ੍ਹਾਂ ਦੇ ਲਾਏ ਜਿਹੜੇ ਟਰੈਵਲ ਏਜੰਟ ਆ ਉਹਨਾਂ ਨਾਲ ਨਹੀਂ, ਇਕੱਠੇ ਆਪਣੇ ਲਾਏ ਉਹਨਾਂ ਨੇ। ਔਰ ਉਹਨਾਂ ਨੇ ਬਾਕਾਇਦਾ ਤੌਰ 'ਤੇ ਐਲਾਨਨਾਮੇ ਕਰ ਦਿੱਤੇ, ਹੋਟਲ ਬੁੱਕ ਹੋ ਗਏ ਆ। ਔਰ ਉਹਨਾਂ 'ਤੇ ਬਾਈਡਨ ਸਾਹਿਬ ਵੀ ਆ ਰਹੇ ਆ। ਬਾਈਡਨ ਸਾਹਿਬ ਜਿਹੜਾ G20 ਦੇ ਲਈ ਆਉਣਾ ਵਾ, ਉਦੋਂ ਪਹਿਲਾਂ ਆ ਗਏ ਉਹ, ਇਸ ਕਰਕੇ ਆ ਗਿਆ। ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਸੀ, ਵਾਈਟ ਹਾਊਸ 'ਚ ਵੀ ਐਲਾਨਨਾਮਾ ਹੋਇਆ ਸੀਗਾ ਕਿ ਜਿੰਨੇ ਵੀ ਕੰਪਨੀਆਂ ਦੇ ਮਾਲਕ ਆ ਤੇ ਯੂਨੀਵਰਸਿਟੀਆਂ ਦੇ ਅਧਿਕਾਰੀ ਆ ਉਹ ਪਹੁੰਚ ਜਾਣ ਤਾਂ ਕਿ ਇੰਡੀਆ ਦੇ ਲੋਕਾਂ ਨੂੰ ਪੜ੍ਹਨ ਦੀ ਇੰਟਰਸਟ ਹੈਗਾ, ਕਮਾਈ ਕਰਨ ਦਾ ਇੰਟਰਸਟ ਹੈਗਾ। ਇਹ ਮੁੰਡੇ ਉੱਤੇ ਥੋੜ੍ਹੇ ਬੇਰੁਜ਼ਗਾਰ ਵੀ ਹੈਗੇ ਆ, ਇੱਥੇ ਕੰਮ ਵੀ ਮਿਲੂਗਾ, ਪੜ੍ਹਾਈ ਵੀ ਮਿਲੂਗੀ ਔਰ ਲੋਕਾਂ ਨੂੰ ਚੰਗੀ ਸਿਹਤ ਵੀ ਮਿਲੂਗਾ, ਖਾਣ ਪੀਣ ਮਿਲੂਗਾ ਤਾਂ ਉਹਨਾਂ ਦਾ ਪਰਿਵਾਰ ਵੀ ਉੱਥੇ ਰਹੂਗਾ। ਕਈ ਲੋਕ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਲੋਕ ਬਹੁਤ ਘੱਟ ਪੜ੍ਹੇ ਸੀ ਉੱਥੇ ਜਾ ਕੇ ਰੈਸਟੋਰੈਂਟ ਆਪਣੇ ਹੱਬ ਆਪਣੇ ਬੜੇ ਕੁਛ ਉੱਥੇ ਉਹਨਾਂ ਨੇ ਬਣਾ ਲਿਆ। ਇਸ ਵੇਲੇ ਜਿਹੜਾ ਕੈਲੀਫੋਰਨੀਆ ਦੇ ਰਾਊਂਡ ਕੀਤਾ ਉਹਨਾਂ ਨੇ। ਬਾਕੀ ਜਿਹੜੇ ਸੂਬੇ ਨੇ 50 ਸੂਬਿਆਂ ਵਿੱਚ ਇਸ ਵੇਲੇ NRI ਵੀਰ ਜਿਹੜੇ ਬੈਠੇ ਆ, ਜਿਹੜੇ ਇੱਥੋਂ ਗਏ ਸੀ, ਉਹਨਾਂ ਨੇ ਬਹੁਤ ਵਧੀਆ ਕੰਮ ਕਰਕੇ ਦਿਖਾ ਦਿੱਤਾ। ਔਰ ਉਹਦੇ ਨਾਲ ਬੱਚੇ ਜਿਹੜੇ ਸਟੱਡੀ ਲਈ ਜਾ ਰਹੇ ਹੈਗੇ ਉਹ ਵੀ ਉਸੇ ਦੇਣਗੇ। ਇਹਦੇ ਨਾਲ ਮਿਲਦਾ ਆਰਥਿਕਤਾ ਨੂੰ ਸਹਾਰਾ ਤੇ ਹਲਾਰਾ। ਐਕਚੁਅਲੀ ਕੋਈ ਵੀ ਲਾਈਫ ਦੇਖ ਲਓ ਅਮਰੀਕਾ ਦੀ, ਚਾਹੇ ਉਹ ਸੋਸ਼ਲ ਲਾਈਫ ਹੈ, ਪੋਲੀਟੀਕਲ ਲਾਈਫ ਹੈ, ਇਕਨੋਮਿਕ ਲਾਈਫ ਆ, ਇਹਨਾਂ ਵਿੱਚ ਭਾਰਤੀਆਂ ਦਾ ਕੰਟਰੀਬਿਊਸ਼ਨ ਪੂਰਾ ਹੈ। ਔਰ ਕੀ ਕਰਦੇ ਨੇ ਕਿ ਉਹਨਾਂ ਨਾਲ ਇਕਨੋਮੀ ਨੂੰ ਵੀ ਸਪੋਰਟ ਮਿਲਦੀ ਹੈ। ਔਰ ਜਿਹੜੀ ਲੇਅਰ ਹੈ ਇੰਟੈਲੀਜੈਂਟ, ਉਹਨਾਂ ਨੂੰ
ਲੈ ਜਾਂਦੇ ਨੇ ਅਮਰੀਕਾ ਵਾਲੇ ਆਪਣੇ ਕੋਲ, ਉੱਥੇ ਬਿਲਕੁਲ, ਜਾ ਇਹ ਕੇ ਤਾਂ ਗੱਲ ਹੈ। ਹਰ ਤਰ੍ਹਾਂ ਦੀ ਫੈਸਿਲਿਟੀ ਦਿੰਦੇ ਨੇ ਤਾਂ ਕਿ ਉਹ ਲੋਕ ਹੋਰ ਕੰਟਰੀਬਿਊਟ ਕਰ ਸਕਣ, ਅਮਰੀਕਾ ਨੂੰ ਹੋਰ ਸੁਪਰ ਪਾਵਰ ਬਣਾਉਣ ਦੇ ਵਿੱਚ ਮਜ਼ਬੂਤ ਕਰ ਸਕਣ। ਉਹਨਾਂ ਨੂੰ ਵੀ ਇਹ ਫਾਇਦਾ ਹੈ, ਇਹ ਵਿਨ ਵਿਨ ਸਿਚੁਏਸ਼ਨ ਦੋਵਾਂ ਵਾਸਤੇ ਹੈ। ਅਮਰੀਕਾ ਨੂੰ ਵੀ ਫਾਇਦਾ ਹੈ, ਇੰਡੀਅਨਸ ਨੂੰ ਵੀ ਫਾਇਦਾ ਹੈ, ਸਟੂਡੈਂਟਸ ਨੂੰ ਫਾਇਦਾ ਹੈ, ਉਹਨਾਂ ਨੂੰ ਚੰਗੀ ਲਾਈਫ ਮਿਲਦੀ ਹੈ ਔਰ ਉਹਨਾਂ ਨੂੰ ਚੰਗੇ ਕੰਮ ਕਰਨ ਵਾਲੇ ਮਿਲਦੇ ਨੇ। ਔਰ ਇੰਡੀਅਨਸ ਜਿੱਥੇ ਵੀ ਜਾਂਦੇ ਨੇ ਤੁਹਾਨੂੰ ਪਤਾ ਹੀ ਆ, ਫੇਥਫੁਲ, ਇਹਨਾਂ ਦੇ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਸਿੱਧੀ ਆ, ਮਿਹਨਤੀ ਆ। ਇਹ ਸਿਆਣੇ ਕਹਿੰਦੇ ਆ ਕਿ ਜਿਹੜਾ ਮਲਾਈ ਲਾ ਕੇ ਲੈ ਗਏ ਉਹ ਮਲਾਈ ਉਹ ਲੈ ਜਾਂਦੇ ਨੇ। ਮਲਾਈ ਮਤਲਬ ਜਿਹੜੇ ਇੰਟੈਲੈਕਚੁਅਲ, ਬੁੱਧੀਮਾਨ, ਸੂਝਵਾਨ, ਚੰਗੇ IQ ਦੇ ਧਾਰਨੀ ਜਿਹੜੇ ਆ ਉਹ ਬੱਚੇ ਉੱਥੇ ਚਲੇ ਜਾਂਦੇ ਆ, ਕਿਉਂਕਿ ਸੁਪਰ ਕੰਟਰੀਆਂ ਸਹੂਲਤਾਂ ਮਿਲਦੀਆਂ, ਸਾਰਾ ਕੁਝ ਮਿਲਦਾ। ਬੱਚੇ ਚਾਹੁੰਦੇ ਆ ਕਿ ਉਹ ਸਾਨੂੰ ਥੋੜ੍ਹਾ ਜਿਹਾ ਫੀਲਡ ਮਿਲੇ ਕੰਮ। ਔਰ ਜੇ ਭਾਰਤੀ ਵਿਦਿਆਰਥੀਆਂ ਦੀ ਜਾਂ ਭਾਰਤੀਆਂ ਦੀ ਗੱਲ ਕਰੋ ਤਾਂ ਕਈ ਮਜ਼ਾਕ 'ਚ ਕਹਿੰਦੇ ਨੇ ਕਿ ਆਲੂ ਤੇ ਭਾਰਤੀ ਦੁਨੀਆ ਦੇ ਹਰ ਕੋਨੇ 'ਚ ਮਿਲ ਜਾਣਗੇ, ਜਿੱਥੇ ਮਰਜ਼ੀ ਚਲੇ ਜਾਓ, ਹਰ ਦੇਸ਼ 'ਚ ਆਲੂ ਤੇ ਭਾਰਤੀ ਤੁਹਾਨੂੰ ਮਿਲ ਜਾਂਦੇ ਨੇ। ਬਿਲਕੁਲ। ਸੋ ਆਪਾਂ ਅੱਗੇ ਵਧੀਏ ਜੀ। ਇਸ ਵਕਤ ਇੱਕ ਹਾਦਸਾ ਗ੍ਰਸਤ ਹੋਇਆ ਹੈ ਪਲੇਨ ਆਸਟ੍ਰੇਲੀਆ ਦੇ ਵਿੱਚ, ਅਮਰੀਕਾ ਦਾ। ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਪਿੱਛੇ ਜੇ ਅਮਰੀਕਾ ਨੇ ਇੱਕ ਸਟ੍ਰੈਟਜੀ ਬਣਾਈ ਸੀ ਕਿ 22 ਟਾਈਮ ਜ਼ੋਨਸ ਦੇ ਵਿੱਚ ਥਾਂ ਦੇ ਉੱਤੇ ਜਾ ਕੇ ਮਿਲਟਰੀ ਐਕਸਰਸਾਈਜ਼ਸ ਕਰਨੀਆਂ ਨੇ ਔਰ ਇਹਦੇ ਨਾਲ ਦੋਵੇਂ ਮੁਲਕ ਜਾਂ 4 ਮੁਲਕ ਜਾਂ ਜਿਹੜੇ ਮੁਲਕ ਵੀ ਕੰਟਰੀਬਿਊਟ ਕਰਨਗੇ ਉਹਦੇ ਵਿੱਚ ਹਿੱਸਾ ਲੈਣਗੇ, ਸਾਰਿਆਂ ਦੀ ਆਰਮੀਜ਼ ਨੂੰ ਫਾਇਦਾ ਹੋਏਗਾ। ਔਰ ਇਹਦੇ ਪਿੱਛੇ ਇੱਕ ਮੰਤਵ ਰੱਖਿਆ ਸੀਗਾ ਕਿ ਦੁਨੀਆ ਦੇ ਵਿੱਚ ਕਿਤੇ ਵੀ ਅੱਤਵਾਦ ਹੈ, ਦੁਨੀਆ ਦੇ ਵਿੱਚ ਕਿਤੇ ਵੀ ਡਿਸਟਰਬੈਂਸ ਹੈ, ਉੱਥੋਂ ਦੀਆਂ ਸਥਿਤੀਆਂ ਨੂੰ ਨਜਿੱਠਣ ਵਾਸਤੇ ਹਰ ਦੇਸ਼ ਦੀ ਆਰਮੀ ਨੂੰ ਤਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਨਹੀਂ ਕਿ ਅਮਰੀਕਾ ਇੱਥੇ ਤੀਸਰੇ ਵਿਸ਼ਵ ਯੁੱਧ ਦਾ ਅਭਿਆਸ ਕਰਦਾ ਪਿਆ ਬਾਕੀ ਦੇਸ਼ਾਂ ਦੇ ਨਾਲ, ਇੱਦਾਂ ਦੀ ਕੋਈ ਮਨਸ਼ਾ ਨਹੀਂ ਹੈ। ਮਨਸ਼ਾ ਸਿਰਫ ਇਹ ਸੀ ਕਿ ਦੁਨੀਆ ਦੇ ਅੰਦਰ ਅੱਤਵਾਦ ਫੈਲ ਗਿਆ, ਦੁਨੀਆ ਦੇ ਅੰਦਰ ਡਿਸਟਰਬੈਂਸ ਫੈਲ ਗਏ ਔਰ ਕਈ ਥਾਂ ਦੇ ਉੱਤੇ ਹਜੇ ਵੀ ਡਿਕਟੇਟਰਸ ਬੈਠੇ ਹੋਏ ਨੇ, ਮਿਲਟਰੀ ਰਿਜੀਮਸ ਚੱਲਦੀਆਂ ਪਈਆਂ ਨੇ, ਇਸ ਕਰਕੇ ਦੁਨੀਆ ਦੀ ਸ਼ਾਂਤੀ ਨੂੰ ਖਤਰਾ ਹੈ। ਤਾਂ ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਅਮਰੀਕਾ ਚਾਹੁੰਦਾ ਸੀਗਾ ਕਿ ਹਰ ਤਰ੍ਹਾਂ ਦਾ ਯੁੱਧ ਅਭਿਆਸ ਕੀਤਾ ਜਾਵੇ ਹਰ ਦੇਸ਼ ਦੀ ਆਰਮੀ ਦੇ ਨਾਲ, ਤਾਂ ਕਿ ਇੱਕ ਤਾਲਮੇਲ ਬਣੇ, ਕੋਆਰਡੀਨੇਸ਼ਨ ਬਣੇ। ਕੱਲ੍ਹ ਨੂੰ ਕੋਈ ਇੱਦਾਂ ਦੀਆਂ ਨੈਗੇਟਿਵ ਸਿਚੁਏਸ਼ਨਸ ਪੈਦਾ ਹੁੰਦੀਆਂ ਨੇ, ਉਹਨਾਂ ਨੂੰ ਹੈਂਡਲ ਕੀਤਾ ਜਾ ਸਕੇ। ਅਤੇ ਨਾਲ ਦੀ ਨਾਲ ਜੋ ਕ੍ਰਿਟੀਸਾਈਜ਼ ਕਰਨ ਵਾਲੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਜੇ ਅਮਰੀਕਾ ਇੱਦਾਂ ਸ਼ਾਂਤੀ ਚਾਹੁੰਦਾ ਹੈ, ਵਿਸ਼ਵ ਸ਼ਾਂਤੀ ਚਾਹੁੰਦਾ ਹੈ, ਫਿਰ ਯੂਕਰੇਨ ਨੂੰ ਨਾਟੋ ਦੇ ਰੂਪ ਦੇ ਵਿੱਚ ਕਿਉਂ ਸਪੋਰਟ ਕਰ ਰਿਹਾ ਹੈ ਔਰ ਰਸ਼ੀਆ ਨਾਲ ਨਾਟੋ ਦੀ ਵਾਰ ਇੰਨੀ ਲੰਬੀ ਕਿਉਂ ਚੱਲ ਰਹੀ ਹੈ। ਇਹਦੇ ਪਿੱਛੇ ਵੀ ਦੋਵੇਂ ਗੱਲਾਂ ਹੁੰਦੀਆਂ ਨੇ ਕਿ ਅਮਰੀਕਾ ਦਾ ਬਿਜ਼ਨਸ ਹਥਿਆਰ ਵੇਚਣਾ ਹੈ, ਇਹ ਵੀ ਗੱਲ ਕ੍ਰਿਟੀਸਾਈਜ਼ ਕਰਦੇ ਨੇ, ਤੇ ਫਿਰ ਉਹ ਸ਼ਾਂਤੀ ਦੀ ਗੱਲ ਕਿਵੇਂ ਹੋ ਸਕਦੀ ਹੈ, ਦੋਵੇਂ ਗੱਲਾਂ ਇਕੱਠੀਆਂ ਕਿਵੇਂ ਚੱਲ ਸਕਦੀਆਂ ਨੇ। ਅਮਰੀਕਾ ਨੂੰ ਹਮੇਸ਼ਾ ਮੰਡੀ ਦੀ ਤਲਾਸ਼ ਹੁੰਦੀ ਕਿੱਥੇ ਉਹ ਆਪਣੇ ਹਥਿਆਰ ਵੇਚ ਸਕੇ, ਇਹ ਵੀ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ। ਸੋ ਇਹ ਦੋਵੇਂ ਗੱਲਾਂ ਕੰਟਰਾਡਿਕਟਰੀ ਨੇ, ਇੱਕ ਪਾਸੇ ਸ਼ਾਂਤੀ ਵਾਸਤੇ ਯੁੱਧ ਅਭਿਆਸ, ਦੂਸਰੇ ਪਾਸੇ ਯੁੱਧ ਦੇ ਵਿੱਚ ਮੁਲਕਾਂ ਦਾ ਸਾਥ ਦੇਣਾ। ਹੁਣ ਤੁਸੀਂ ਦੇਖੋ ਤਾਲਿਬਾਨ ਨੂੰ ਵੀ 50 ਕਰੋੜ ਅਮਰੀਕਨ ਡਾਲਰ ਦੇ ਹਥਿਆਰ ਸਪਲਾਈ ਕਰਨ ਦੀ ਸੰਧੀ ਹੋਈ ਹੈ, ਇਹ ਵੀ ਗੱਲਾਂ ਚਰਚਾ ਦੇ ਵਿੱਚ ਆਈਆਂ ਹੋਈਆਂ। ਹਾਂ, ਹੁਣੇ ਜਿਹੜਾ ਇਹ ਹਾਦਸਾ ਗ੍ਰਸਤ ਇੱਕ ਜਹਾਜ਼ ਹੋਇਆ, ਆਸਟ੍ਰੇਲੀਅਨ ਜਿਹੜਾ ਉੱਥੇ ਟਾਪੂ ਸੀ ਉਸ ਸਾਈਡ 'ਤੇ ਹੋਇਆ, ਉਹਦੇ ਵਿੱਚ ਕਾਫੀ 22-23 ਦੇ ਕਰੀਬ ਜ਼ਖਮੀ ਹੋ ਗਏ ਆ ਜਿਹੜੇ ਸੈਨਿਕ ਸੀਗੇ, ਔਰ ਉਹਦੇ ਵਿੱਚ 3-4 ਤੋਂ ਜ਼ਿਆਦਾ ਜਿਹੜੇ ਹੈਗੇ ਹਲਾਕ ਹੋ ਗਏ ਔਰ ਉਹਨਾਂ ਦੀ ਮੌਤ ਹੋ ਗਈ ਹੈ। ਔਰ ਇਹ ਹਾਦਸਾ ਜਿਹੜਾ ਬਹੁਤ ਜ਼ਿਆਦਾ ਸੀਰੀਅਸ ਸੀਗਾ ਔਰ ਇਹਦੇ ਵਿੱਚ ਇਹਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਵੀ ਇਹਦੇ ਵਿੱਚ ਕੀ ਸੀਗਾ, ਕਿਉਂਕਿ ਇਹਨਾਂ ਵਰਲਡ ਵਾਈਡ ਐਕਸਰਸਾਈਜ਼ ਰੱਖੀ ਸੀ, ਉਹਦੇ ਵਿੱਚ ਇੱਕ ਹਿੱਸਾ ਸੀਗਾ ਆਸਟ੍ਰੇਲੀਆ ਨਾਲ ਇਹਨਾਂ ਦਾ ਕੰਪਰੋਮਾਈਜ਼ ਸੀਗਾ ਜੀ। ਔਰ ਇਸ ਕੰਪਰੋਮਾਈਜ਼ ਦੇ ਵਿੱਚ ਉਹਨਾਂ ਨੇ ਆਪਣਾ ਜਹਾਜ਼ ਜਿਹੜਾ ਉੱਥੇ ਗਿਆ, ਜਹਾਜ਼ ਜਿਹੜਾ ਰਵਾਨਾ ਸੀਗਾ, ਉਹਦੇ ਵਿੱਚ ਇਹਦੇ ਵਿੱਚ ਕੋਈ ਫਾਲਟ ਆਇਆ ਜਾਂ ਕੀ ਆ ਗਿਆ, ਉਹਦੇ ਵਿੱਚ ਜੋ ਟੈਕਨੀਕਲ ਹਿੱਚ ਆਈ ਆ ਉਹਨੂੰ ਦੇਖਣ ਲਈ ਉਹਦੇ ਟੈਕਨੀਕਲ ਜਿਹੜੇ ਆਪਰੇਟਰ ਨੇ ਪਹੁੰਚ ਗਏ ਉੱਥੇ ਔਰ ਉਹਨਾਂ ਨੇ ਵੇਖਿਆ ਕਿ ਕੀ ਕੁਛ ਇਹਦਾ ਕਾਰਨਾਂ ਦਾ ਪਤਾ ਲੱਗੇ ਕਿ ਕੀ ਹੋ ਰਿਹਾ। ਇਹ ਨਾ ਕੇਵਲ ਆਸਟ੍ਰੇਲੀਆ ਵਿੱਚ ਹੈ, ਇਹਨਾਂ ਬਾਹਰਲੇ ਦੇਸ਼ਾਂ ਬਾਕੀਆਂ ਦੇ ਵਿੱਚ ਵੀ ਇਹ ਐਕਸਰਸਾਈਜ਼ ਸ਼ੁਰੂ ਕਰ ਦਿੱਤੀਆਂ। ਇਹ ਇਸ ਕਰਕੇ ਕੀਤੀਆਂ ਕਿ ਇਹਨਾਂ ਨੇ ਕਿਹਾ ਕਿ ਉਹਨਾਂ ਨਾਲ ਸਾਡਾ ਤਾਲਮੇਲ, ਸਾਡੇ ਨਾਲ ਜਿਹੜਾ ਉਹਨਾਂ ਦਾ ਭਾਈਵਾਲੀ ਪੈ ਜੂਗੀ, ਪਤਾ ਲੱਗ ਜੂਗਾ ਕਿ ਇਹਨਾਂ ਕੋਲ ਵੈਪਨ ਕਿਹੜੇ ਆ ਔਰ ਇਹ ਵੈਪਨ ਕਿੱਥੇ ਕਿੱਥੇ ਕਾਮਯਾਬ ਹੋ ਸਕਦੇ ਆ। ਕੱਲ੍ਹ ਨੂੰ ਕਿਸੇ ਦੇਸ਼ ਨੂੰ ਜ਼ਰੂਰਤ ਪੈਂਦੀ ਆ ਉਹਨਾਂ ਵੈਪਨ ਦੀ ਤੇ ਇਹ ਉੱਤੇ ਮੁਹੱਈਆ ਕਰ ਸਕਦੇ ਆ। ਇਹਨਾਂ ਨੂੰ ਉਸ ਗਰਾਊਂਡ ਦਾ, ਉਹਦੀ ਮੂਵਮੈਂਟ ਦਾ, ਉਹਦੀ ਜਿਹੜੀ ਸਪੀਡ ਦਾ ਪਤਾ ਲੱਗ ਸਕਦਾ ਕਿ ਜਿਹੜੇ ਵੀ ਸਮੁੰਦਰੀ ਜਹਾਜ਼, ਜਿਹੜੇ ਏਅਰਫੋਰਸ ਦੇ ਜਹਾਜ਼ ਜਿਹੜੇ ਚੱਲਦੇ ਨੇ, ਉਹਨਾਂ ਵਿੱਚ ਜਿੱਥੇ ਉਹਨਾਂ ਦੀ ਸਪੀਡ ਆ ਕਿਸੇ ਕੰਟਰੀ 'ਚ ਵੱਧ ਜਾਂ ਘੱਟ ਹੋ ਸਕਦੀ ਆ, ਕਿਉਂਕਿ ਉਹ ਜਿਹੜੀਆਂ ਏਅਰਲਾਈਨਸ ਬਣੀਆਂ ਉਹ ਵੱਖਰੀਆਂ ਲਾਈਨਸ ਹੁੰਦੀਆਂ, ਉਹਨਾਂ ਦਾ ਜਿਹੜਾ ਮੈਪ ਆ ਉਹ ਵੱਖਰੇ ਤਰੀਕੇ ਦਾ ਹੁੰਦਾ ਔਰ ਉਹਨਾਂ ਨੂੰ ਸਮਝਣ ਲਈ ਇਹਨਾਂ ਨੇ ਐਕਸਰਸਾਈਜ਼ ਸਾਰੀਆਂ ਸ਼ੁਰੂ ਕਰ ਦਿੱਤੀਆਂ। ਔਰ ਇਹਦੇ ਵਿੱਚ ਇਹ ਹੈਗਾ ਕਿਉਂਕਿ ਇਹਨਾਂ ਕੋਲ ਜਿਹੜਾ ਬਜਟ ਆ ਜ਼ਿਆਦਾ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੇ ਹੁਣੇ ਤਾਇਵਾਨ ਦੇ ਵਿੱਚ ਵੀ ਇਹਨਾਂ ਨੇ ਬਜਟ ਦੇ ਦਿੱਤਾ 50 ਕਰੋੜ ਤੋਂ ਉੱਪਰ ਦੇ ਦਿੱਤਾ, ਉਹਦੇ ਵਿੱਚ ਕਿੰਨੇ ਵੈਪਨ ਦੇ ਦਿੱਤੇ ਆ ਔਰ ਰਡਾਰ ਮਿਜ਼ਾਈਲਾਂ ਮੁਹੱਈਆ ਕਰ ਦਿੱਤੀਆਂ, ਜਿਹੜੇ ਜੰਗੀ ਬੇੜੇ ਉਹ ਮੁਹੱਈਆ ਕਰ ਦਿੱਤੇ ਆ। ਔਰ ਇਹਦੇ ਵਿੱਚ ਜਿਹੜੇ ਸੂਝਵਾਨ ਲੋਕ ਨੇ ਉਹ ਆਂਦੇ ਨਾ ਕੇਵਲ ਇਹ ਸ਼ਾਂਤੀ ਦਾ ਪੈਗਾਮ ਆ, ਨਾ ਭਾਈਵਾਲੀ ਦਾ ਕੰਮ ਹੈਗਾ, ਸਿਰਫ ਤੇ ਸਿਰਫ ਆਪਣੀ ਸਾਰੇ ਪਾਸੇ ਇਹਨਾਂ ਨੇ ਇਜ਼ਾਫਾ ਕੀਤਾ, ਆਪਣੀ ਮੂਵਮੈਂਟ ਦਾ, ਆਪਣੀਆਂ ਮੰਡੀਆਂ ਦਾ, ਆਪਣੇ ਸਾਰੇ ਲੋਕਾਂ ਨੂੰ ਆਪਣੇ ਨਜ਼ਰੀਏ ਵਿੱਚ ਲਿਆਉਣ ਦਾ,
ਕਿਉਂਕਿ ਉਹਨਾਂ ਨਾਲ ਇਹ ਜਿਹੜੀ ਇਹਨਾਂ ਦੀ ਮਸ਼ਕਾਂ ਵੀ ਇਹਨੂੰ ਕਹਿੰਦੇ ਆ, ਐਕਸਰਸਾਈਜ਼ ਵੀ ਕਹਿੰਦੇ ਆ, ਜੀ ਜੀ ਜਿਹੜੀਆਂ ਐਕਸਰਸਾਈਜ਼ ਆ। ਕੁਝ ਸਮਾਂ ਸੀਗਾ ਜਦੋਂ ਸਾਡੀ ਆਰਮੀ ਆਉਂਦੀ ਸੀਗੀ ਮਸ਼ਕਾਂ ਕਰ ਲਈ, ਜਦੋਂ ਸਾਡੇ ਕਣਕ ਦੀਆਂ ਕਟਾਈਆਂ ਹੁੰਦੀਆਂ ਸੀ ਤੇ ਪਿੰਡਾਂ ਵਿੱਚ ਇਹਨਾਂ ਦੀ ਗੱਡੀਆਂ ਚੱਲਦੀਆਂ ਹੁੰਦੀਆਂ ਸੀ, ਉੱਥੇ ਇਹ ਬਿਨ ਬੜਾਈ ਕ੍ਰੀਏਟ ਕੀਤੀ ਲੜਾਈ ਕਰ ਦਿੰਦੇ ਸੀਗੇ ਆ ਕੇ, ਔਰ ਉਹਦੇ 'ਚ ਕਈ ਫਸਲਾਂ ਤਬਾਹ ਵੀ ਹੋ ਜਾਂਦੀਆਂ ਇਹਨਾਂ ਦੀ ਡ੍ਰਿਲਸ ਹੁੰਦੀਆਂ ਸੀ। ਹਾਂ, ਅਸੀਂ ਅੱਜ ਬਹੁਤ ਛੋਟੇ ਹੁੰਦੇ ਸੀ ਤੇ ਆਰਮੀ ਦੇ ਜਿਹੜੇ ਸੈਨਿਕ ਸੀਗੇ ਉਹ ਆ ਕੇ ਇੱਥੇ ਲੜਾਈ ਕਰ ਦਿੰਦੇ ਸੀ। ਰਾਤ ਨੂੰ ਐਕਸਰਸਾਈਜ਼ ਹੁੰਦੀ ਹੈ, LMG ਚੱਲਦੀਆਂ ਸੀਗੀਆਂ, ਟਾਰਗੇਟ ਬਣਾਏ ਜਾਂਦੇ ਸੀਗੇ, ਉਹਦੇ ਵਿੱਚ ਬੰਦੂਕਾਂ ਰੱਖ ਕੇ ਐਕਸਰਸਾਈਜ਼ ਚੱਲਦੀਆਂ, ਪਰੇਡਾਂ ਹੁੰਦੀਆਂ ਸੀਗੀਆਂ। ਹੁਣ ਉਹ ਹੌਲੀ ਹੌਲੀ ਲੜਾਈਆਂ ਤਾਂ ਹੋ ਗਈਆਂ ਬੰਦ, ਕਾਫੀ ਫਰਕ ਪੈ ਗਿਆ। ਔਰ ਜੇ 65 ਤੋਂ 71 ਤੋਂ ਬਾਅਦ ਅਸੀਂ ਦੇਖੀਏ ਕਾਰਗਿਲ ਦੀ ਇੱਕ ਲੜਾਈ ਲੱਗੀ, ਉਹਦੇ ਬਾਅਦ ਫਿਰ ਬਹੁਤ ਘਟ ਗਿਆ ਕੰਮ। ਅੰਦਰ ਖਾਤੇ ਛੋਟੀ ਮੋਟੀ ਲੜਾਈ ਲੱਗਦੀ ਹੈ, ਪਰ ਬਾਹਰ ਜਿਹੜੀ ਆ ਲਾਰਜ ਸਕੇਲ 'ਤੇ ਨਹੀਂ ਕਿਤੇ ਵੀ ਹੈਗੀ। ਔਰ ਉਸ ਤਰ੍ਹਾਂ ਰਸ਼ੀਆ ਦੀ ਤੇ ਯੂਕਰੇਨ ਦੀ ਲੜਾਈ ਤਾਂ ਭਾਵੇਂ ਲੱਗ ਰਹੀ ਹੈ, ਪਰ ਇੰਡੀਆ ਇਸ ਗੱਲ ਤੋਂ ਬਚਾਅ ਹੈਗਾ ਇੰਡੀਆ ਦਾ। ਅਮਰੀਕਾ ਕਰਕੇ ਵੀ ਹੋ ਸਕਦਾ, ਅਮਰੀਕਾ ਸਾਡਾ ਪੱਖ ਪੂਰ ਰਿਹਾ ਹੈਗਾ। ਚਾਈਨਾ ਨਾਲ ਸਾਡੀ ਜੇ ਗੱਲ ਚੱਲਦੀ ਹੈ, ਪਰ ਉਹਨੂੰ ਜਿਹੜੀ ਆ ਹੁਣ ਦੀ ਸਰਕਾਰ, ਮੌਜੂਦਾ ਸਰਕਾਰ, ਮੋਦੀ ਸਰਕਾਰ, ਉਹਨਾਂ ਨਾਲ ਗੱਲਬਾਤ ਕਰ ਲੈਂਦੀ ਆ। ਹੁਣ ਜੀ ਜਿਨਪਿੰਗ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਉਹਦੇ ਵਿੱਚ, ਔਰ ਉਹਦੇ ਤੋਂ ਬਾਅਦ ਇਹਨਾਂ ਨੇ ਸ਼ਾਂਤੀ ਬਹਾਲ ਕਰਨ ਦਾ ਕੰਮ ਕੀਤਾ। ਔਰ ਉਹ ਬਾਕੀ ਰਹਿ ਗਈ ਗੱਲ ਜਿਹੜੀ ਸਰਹੱਦਾਂ ਦਾ ਸਰਵੇਖਣਾ, ਉਹਨਾਂ ਦਾ ਜਿਹੜਾ ਸਰਹੱਦਾਂ ਦਾ ਕਬਜ਼ਾ ਹੈਗਾ, ਉਹ ਤਾਂ ਹੌਲੀ ਹੌਲੀ ਮਿਲ ਹੀ ਜਾਊਗਾ। ਨਹੀਂ ਮਿਲਦਾ ਤਾਂ ਜਾ ਜਿੱਥੇ ਹੈਗਾ ਕੋਈ ਫਰਟਾਈਲ ਜ਼ਮੀਨ ਨਹੀਂ, ਉਹ ਇੱਕ ਸਰਕਾਰ ਆਉਂਦੀ ਹੈ, ਦੂਜੀ ਫਿਰ ਉਹਦੇ 'ਤੇ ਮੁੱਦਾ ਰੱਖ ਲੈਂਦੀ ਹੈ। ਜਿਸ ਤਰ੍ਹਾਂ JNK 'ਚ ਬੜਾ ਕੁਝ ਹੁੰਦਾ ਰਿਹਾ, ਮਕਬੂਜ਼ਾ ਕਸ਼ਮੀਰ ਅਜੇ ਤੱਕ ਉਹਦੇ 'ਚੋਂ ਜਿਹੜਾ ਅਜੇ ਤੱਕ ਸਾਨੂੰ ਉਹ ਹਿੱਸਾ ਮਿਲਿਆ ਨਹੀਂ ਜਿਹੜਾ ਸਾਡਾ ਹੈਗਾ, ਉਹ ਪਾਕਿਸਤਾਨ ਕਬਜ਼ਾ ਕਰਕੇ ਬੈਠਾ। ਕਈ ਤਰ੍ਹਾਂ ਜਗ੍ਹਾ 'ਤੇ ਵੰਡ ਜਿਹੜੀ ਆ ਬੜੀ ਦੂਰ ਤੱਕ ਗਈ ਆ, ਪਰ ਅਮਰੀਕਾ ਦਾ ਦਖਲਅੰਦਾਜ਼ੀ ਹੁੰਦੀ ਆ। ਪਾਕਿਸਤਾਨ 'ਚ ਵੀ ਹੈਗੀ ਆ, ਭਾਰਤ ਵਿੱਚ ਵੀ ਹੈਗੀ ਆ, ਅਫਗਾਨਿਸਤਾਨ ਵਿੱਚ ਵੀ ਹੈਗੀ ਆ, ਬੰਗਲਾਦੇਸ਼ 'ਚ ਵੀ, ਹਰ ਪਾਸੇ ਹੁੰਦੀ ਆ। ਤੋ ਇਸ ਕਰਕੇ ਇਹਨਾਂ ਦੀਆਂ ਮਸ਼ਕਾਂ, ਇਹਨਾਂ ਦੀ ਐਕਸਰਸਾਈਜ਼ ਵਰਲਡ ਵਾਈਡ ਚੱਲਦੀਆਂ ਰਹਿੰਦੀਆਂ ਜੀ। ਬਿਲਕੁਲ। ਔਰ ਇਹ ਜਿਹੜੀਆਂ ਮਸ਼ਕਾਂ ਨੇ ਪੂਰੀ ਦੁਨੀਆ ਦੀ ਨਜ਼ਰ ਵਿੱਚ ਨੇ, ਔਰ ਦੁਨੀਆ ਇਹਦੇ ਬਾਰੇ ਕੀ ਵਿਚਾਰ ਰੱਖਦੀ ਹੈ ਇਹ ਵੀ ਸਾਰੀ ਦੁਨੀਆ ਦੀ ਨਜ਼ਰ ਦੇ ਵਿੱਚ ਹੈ, ਕਿਉਂਕਿ ਸ਼ਾਂਤੀ ਹਰ ਥਾਂ ਤੇ ਹੋਏਗੀ ਤਾਂ ਹੀ ਤਰੱਕੀ ਹੋ ਸਕਦੀ ਹੈ। ਨਹੀਂ ਤਾਂ ਇਹ ਜਿਹੜਾ ਭੁੱਖਮਰੀ ਹੈ, ਇਹ ਜਿਹੜੀ ਗਰੀਬੀ ਹੈ ਪੂਰੀ ਦੁਨੀਆ ਦੇ ਵਿੱਚ ਛਾਈ ਹੋਈ ਹੈ, ਔਰ ਇਹ ਇੰਡੈਕਸ ਹੈ ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ। ਇਹ ਫਿਨੋਮੀਨਾ ਪੂਰੀ ਦੁਨੀਆ ਦੇ ਵਿੱਚ ਬਿਲਕੁਲ। ਔਰ ਇਸ ਕਰਕੇ ਇਸ ਚੀਜ਼ ਨੂੰ ਵੀ ਕੰਟਰੋਲ ਕਰਨਾ ਚਾਹੀਦਾ। ਔਰ ਦੁਨੀਆ ਦੇ ਵਿੱਚ ਜਿਹੜਾ ਜੰਗਾਂ ਦੇ ਉੱਤੇ ਪੈਸਾ ਬਰਬਾਦ ਹੁੰਦਾ ਹੈ, ਜੇ ਉਹ ਜੰਗਾਂ ਦੇ ਉੱਤੇ ਪੈਸਾ ਬਰਬਾਦ ਨਾ ਹੋਵੇ, ਕੋਈ ਇੱਦਾਂ ਦਾ ਟ੍ਰੀਟੀ, ਕੋਈ ਇੱਦਾਂ ਦਾ ਸਮਝੌਤਾ ਹੋ ਜਾਵੇ ਕਿ ਸਭ ਪਾਸੇ ਸ਼ਾਂਤੀ ਹੋ ਜਾਏ, ਤੇ ਉਹ ਪੈਸਾ ਮਾਨਵਤਾ ਦੀ, ਹਿਊਮੈਨਿਟੀ ਦੀ ਭਲਾਈ ਵਾਸਤੇ ਖਰਚ ਹੋ ਸਕਦਾ ਹੈ। ਹੁਣ ਆਪਾਂ ਭਾਰਤ ਦੀ ਗੱਲ ਕਰਾਂਗੇ। ਭਾਰਤ ਦੇ ਵਿੱਚ ਅਸੀਂ ਪਿਛਲੇ ਦਿਨੀ ਦੇਖਿਆ ਕਿ ਮਨੀਪੁਰ ਦੇ ਵਿੱਚ ਹਿੰਸਾ ਭੜਕੀ, ਨੂਹ ਦੇ ਵਿੱਚ ਹਿੰਸਾ ਭੜਕੀ। ਇੱਕ ਥਾਂ ਦੇ ਉੱਤੇ ਜਾਤ ਬਰਾਦਰੀ ਦੀ ਗੱਲ ਹੁੰਦੀ ਹੈ, ਇੱਕ ਥਾਂ ਦੇ ਉੱਤੇ ਧਰਮ ਦੀ ਗੱਲ ਹੁੰਦੀ ਹੈ, ਤੇ ਹੁਣ ਹਰਿਆਣਾ ਦੇ ਵਿੱਚ ਫਿਰ ਤੋਂ ਨੂਹ ਦੇ ਵਿੱਚ ਫਿਰ ਤੋਂ ਹਿੰਸਾ ਦੀਆਂ ਰਿਪੋਰਟਸ ਆ ਰਹੀਆਂ ਨੇ ਤੇ ਸੁਰੱਖਿਆ ਵਧਾਈ ਜਾ ਰਹੀ ਹੈ। ਹਾਂ, ਇਹ ਜਦੋਂ ਪਹਿਲੋਂ ਇੱਕਦਮ ਬੜੀ ਭੜਕੀ ਉੱਥੇ ਅੱਗ, ਔਰ ਉਹਦੇ ਵਿੱਚ ਜੋ ਕੁਝ ਹੋਇਆ, ਸਾਡੇ ਮੀਡੀਆ ਨੇ, ਸਾਡੇ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕਸ ਮੀਡੀਆ ਨੇ ਦੱਸਿਆ ਕਿ ਕੀ ਕੁਝ ਹੋ ਰਿਹਾ, ਉਹਦੀ ਵੀਡੀਓਜ਼ ਆ ਰਹੀ ਹੋਈਆਂ। ਔਰ ਉਹ 'ਚ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਜੀ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹਨੂੰ ਸ਼ਾਂਤੀ ਬਹਾਲ ਕਰਾਂਗੇ। ਉਹਦੇ ਵਿੱਚ ਬੜਾ ਕੁਝ ਸੋਚਣ ਦਾ ਕੰਮ ਹੈਗਾ, ਔਰ ਅਸੀਂ ਉਹਨੂੰ ਹੌਲੀ ਹੌਲੀ ਉਸੇ ਹੀ ਲਾਈਨ 'ਤੇ ਲਿਆ ਰਹੇ ਹਾਂ, ਜਿਹਦੇ ਵਿੱਚ ਉਹਨਾਂ ਨੇ ਮੋੜਵਾਂ ਜਵਾਬ ਦਿੱਤਾ ਸੀ ਭਗਵੰਤ ਮਾਨ ਜੀ ਨੇ ਕਿਹਾ ਕਿ ਜੇ ਰਾਸ਼ਟਰਪਤੀ ਰਾਜ ਇੱਥੇ ਲਾਗੂ ਕਰਨ ਦੀ ਇਸ ਵੇਲੇ ਨੀਤ ਹੋ ਗਈ ਹੈ ਸੈਂਟਰ ਗੌਰਮੈਂਟ ਦੀ, ਜਾਂ ਗਵਰਨਰ ਸਾਹਿਬ ਨੇ ਕਹਿ ਦਿੱਤਾ ਉਹਨਾਂ, ਤੇ ਉਹਦੇ ਵਿੱਚ ਇਹ ਕਹਿੰਦੇ ਇਹਨਾਂ ਦਾ ਹਰਿਆਣਾ ਜਿੱਥੇ ਹੈਗਾ, ਹਰਿਆਣੇ ਦਾ ਕਿਉਂ ਨਹੀਂ ਦੇਖਦੇ, ਜਿੱਥੇ ਨੂਹ ਦੇ ਵਿੱਚ ਇਹਨਾਂ ਕੁਝ ਹੋ ਗਿਆ, ਇਹਨਾਂ ਤਸ਼ੱਦਦ ਬਲੱਡ ਸ਼ੈਡ ਹੋਇਆ, ਉੱਥੇ ਤਾਂ ਕੁਝ ਇਹਨਾਂ ਨੂੰ ਪਤਾ ਨਹੀਂ, ਨਾ ਉਹ ਸੁਰਖੀਆਂ 'ਚ ਕਦੀ ਆਇਆ, ਨਾ ਕੋਈ ਗੱਲਬਾਤ ਹੋਈ ਆ। ਪਰ ਪਲਟਵਾਰ ਉਹਨਾਂ ਨੇ ਕੀਤਾ, ਇਹਨਾਂ ਨੇ ਮਨੋਹਰ ਲਾਲ ਖੱਟਰ ਜੀ ਨੇ, ਕਿ ਉਹਨਾਂ ਨੇ ਕਹਿਤਾ ਸੀਗਾ ਕਿ ਤੁਸੀਂ ਆਪਣਾ ਨਜਿੱਠੋ, ਆਪਣੇ ਪਹਿਲੋਂ ਪੰਜਾਬ ਨੂੰ ਸੰਭਾਲੋ, ਮੇਰੇ ਹਰਿਆਣਾ ਦੀ ਚਿੰਤਾ ਨਾ ਕਰੋ, ਮੈਂ ਇਹਨੂੰ ਸਾਰਾ ਕੁਝ ਆਪਣੇ ਤਰੀਕੇ ਨਾਲ ਨਜਿੱਠ ਲੂੰਗਾ, ਮੈਨੂੰ ਨਜਿੱਠਣਾ ਆਉਂਦਾ। ਇਹ ਆਪਸੀ ਇਹਨਾਂ ਦਾ ਤਕਰਾਰ ਹੋਇਆ ਇਹਦੇ ਵਿੱਚ, ਕਿਉਂਕਿ ਭਗਵੰਤ ਮਾਨ ਨੇ ਵੀ ਜਵਾਬ ਦਿੱਤਾ ਸੀ ਮਣੀਪੁਰ ਵਿੱਚ ਤੇ ਜਾਂ ਦੋ ਜਿਹੜੇ ਸਟੇਟ ਨੇ ਉਹਨਾਂ ਵਿੱਚ ਇਸ ਵੇਲੇ ਹਿੰਸਾ ਭੜਕੀ ਪਈ ਹੈ। ਪੰਜਾਬ ਵਿੱਚ ਤਾਂ ਕੁਝ ਨਹੀਂ ਹੋਇਆ, ਪੰਜਾਬ ਵਿੱਚ ਕੋਈ ਗੈਂਗਵਾਦ ਨਹੀਂ, ਕੁਝ ਮਰਡਰ ਨਹੀਂ ਹੋਇਆ, ਕੁਝ ਨਹੀਂ ਹੈਗਾ। ਜੇ ਹੈਗਾ ਤੇ ਆਰਥਿਕਤਾ ਤੌਰ 'ਤੇ ਅਸੀਂ ਡਾਵਾਂਡੋਲ ਮੰਨਦੇ ਹਾਂ, ਪਰ ਗੱਲ ਤਾਂ ਉਹਨਾਂ ਦੀ ਇਹ ਗੱਲ ਸਹੀ ਸੀਗੀ ਕਿ ਇਸ ਵੇਲੇ ਜਿਹੜਾ ਜਲ ਰਿਹਾ ਜਾਂ ਸੜ ਰਿਹਾ, ਉਹ ਰਾਹੁਲ ਗਾਂਧੀ ਨੇ ਵੀ ਕਹਿਤਾ ਕਿ ਜਿਹੜਾ ਉਹ ਜ਼ਮੀਨ ਜਿਹੜੀ ਆ ਉਹ ਬਿਲਕੁਲ ਇਸ ਵੇਲੇ ਭਾਂਬੜ ਮੱਚ ਗਏ ਉੱਥੇ, ਔਰ ਉਹਨਾਂ ਨੂੰ ਨਹੀਂ ਕੰਟਰੋਲ ਕਰਨੀ। ਉਹਦਾ ਕਦੀ ਕੋਈ ਗੱਲ ਨਹੀਂ ਕੀਤੀ, ਮੋਦੀ ਸਾਹਿਬ ਬੋਲੇ ਨਹੀਂ ਉਹਦੇ 'ਤੇ ਪੰਜਾਬ ਦਾ ਫਿਕਰ ਪਹਿਲੋਂ ਹੋ ਗਿਆ। ਪੰਜਾਬ ਦੇ ਫਿਕਰ ਨੂੰ ਇਹਨਾਂ ਪਹਿਲੋਂ ਅੱਗੇ ਲੈਂਦਾ ਵੀ ਪੰਜਾਬ ਵਿੱਚ ਇਸ ਵੇਲੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, 356 ਧਾਰਾ ਜਿਹੜੀ ਆ ਉਹਦੇ ਆਧਾਰਿਤ ਸਾਰਾ ਕੁਝ ਕਰ ਦਿਓ। ਉਹਦੇ 'ਚ ਜਿਹੜੀ ਇਹਨਾਂ ਨੇ ਨਸੀਹਤ ਵੀ ਦੇਤੀ ਆ ਔਰ ਚੇਤਾਵਨੀ ਵੀ ਦੇਤੀ ਆ। ਔਰ ਇਹ ਜਿਹੜਾ ਹੋਗਾ, ਅਸੀਂ ਨਾਲ ਗੁਆਂਢੀ ਸੂਬੇ ਦੀ ਗੱਲ ਕਰਦੇ ਹਾਂ ਹਰਿਆਣਾ ਦੀ, ਹਰਿਆਣਾ ਦੇ ਵਿੱਚ ਇਸ ਵੇਲੇ ਸੁਰੱਖਿਆ ਹੋਰ ਵਧਾ ਦਿੱਤੀ ਹੈ, ਔਰ ਉਹਦੇ ਵਿੱਚ ਜੋ ਕੁਝ ਇਸ ਵੇਲੇ ਕੁਝ ਧਾਰਮਿਕ ਜਿਹੜੀਆਂ ਉੱਥੇ ਉਤਸਵ ਹੋ ਰਹੇ ਆ, ਉਹਨਾਂ ਦੇ ਵਿੱਚ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਆ। ਔਰ ਮਾਮਲਾ ਉੱਥੇ ਪਹਿਲਾਂ ਵਿਗੜ ਗਿਆ ਸੀ ਬਹੁਤ ਜ਼ਿਆਦਾ, ਔਰ ਬਹੁਤ ਜਿਹੜੇ ਹੈਗੇ ਮੌਤਾਂ ਵੀ ਹੋਈਆਂ, ਮਾਰੇ ਵੀ ਗਏ ਲੋਕ। ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਮਾਮਲਾ ਤੁਸੀਂ ਗੱਲ ਕੀਤੀ ਹੈ
ਧਰਮ ਨਾਲ ਮਾਮਲਾ, ਘੱਟ ਗਿਣਤੀਆਂ ਦਾ ਮਾਮਲਾ ਹੁੰਦਾ, ਉੱਥੇ ਬਲਡੋਜ਼ਰ ਵੀ ਚਲਾਏ ਗਏ, ਲੋਕਾਂ ਦੇ ਘਰ ਵੀ ਢਾਏ ਗਏ, ਲੋਕਾਂ ਨੂੰ ਬੁਰੀ ਤਰ੍ਹਾਂ ਮਾਰੇ ਵੀ ਹੈਗੇ। ਜਦੋਂ 84 ਦੇ ਦੰਗਿਆਂ 'ਚ ਰੌਲਾ ਪਿਆ ਸੀਗਾ, ਉਹ ਵੀ ਇੱਕ ਧਰਮ ਦਾ ਮਾਮਲਾ ਸੀ, ਉਹ ਵੀ ਸੀਗਾ। ਅਜੇ ਤੱਕ ਉੱਥੇ ਜਿਹੜੇ ਆ ਉਹਦਾ ਕੋਈ ਨਿਪਟਾਰਾ ਨਹੀਂ ਹੋਇਆ। ਹੁਣ ਉਹ ਕਿੰਨੇ ਸਾਲ ਹੋ ਗਏ ਆ, 1984 ਤੋਂ ਲੈ ਕੇ ਹੁਣ ਤੱਕ 42-40 ਸਾਲ, ਜਿਹੜੇ 43 ਸਾਲ ਹੋ ਗਏ ਆ, ਜਿਨ੍ਹਾਂ 'ਤੇ ਕੇਸ ਚੱਲਦੇ ਸੀਗੇ। ਉਹ ਵਿਚਾਰੇ, ਉਹ ਕਈ ਬੰਦੇ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਸੀ ਜਾਂ ਕੁਝ, ਉਹ ਮਾਰੇ ਗਏ। ਕਈਆਂ 'ਤੇ ਹੈਗਾ ਜਗਦੀਸ਼ ਟਾਈਟਲ ਜੀ, ਤੇ ਸੱਜਣ ਕੁਮਾਰ 'ਤੇ ਹੈਗੇ, ਉਹ ਤਾਂ HKL ਭਗਤ ਤੋਂ ਮਰ ਗਏ। ਉਹਦੇ 'ਚ ਜਿਹੜੇ ਵਕੀਲ ਫੁਲਕਾ ਜੀ ਆ, ਉਹਨਾਂ ਨੇ ਕਿਹਾ ਸੀਗਾ ਕਿ ਉਹ ਲੋਕ ਤਾਂ ਖਤਮ ਹੋ ਗਏ। ਇੰਨਾ ਲੰਬਾ ਕਰਨਾ, ਇੰਨਾ ਪੈਂਡਿੰਗ ਕਰਨਾ ਕੇਸ ਨੂੰ, ਇਹ ਵੀ ਪਤਾ ਨਹੀਂ ਕਿੱਧਰ ਦੀ ਵਿਵਸਥਾ ਔਰ ਸਾਡੀ ਜੁਡੀਸ਼ਰੀ ਕੀ ਕਹਿੰਦੀ ਹੈ। ਔਰ ਇਹਦੇ ਵਿੱਚ ਮਣੀਪੁਰ ਨਾਲ ਜਿਹੜੇ ਅਜੇ ਵੀ ਘਰ ਸਾੜੇ ਜਾ ਰਹੇ ਆ, ਅਜੇ ਵੀ ਬੜਾ ਕੁਝ ਹੋ ਰਿਹਾ। ਉੱਥੇ ਕੋਈ ਕੰਟਰੋਲ ਪੂਰੀ ਤਰ੍ਹਾਂ ਨਹੀਂ ਹੋਇਆ ਔਰ ਉੱਥੇ ਫੋਰਸਾਂ ਦੇ ਹਥਿਆਰ ਖੋਹ ਲੈਂਦੇ ਆ। ਇਹੀ ਹਰਿਆਣਾ ਦੇ ਵਿੱਚ ਹੋਇਆ। ਹਰਿਆਣਾ 'ਚ ਹੁਣ ਸੁਰੱਖਿਆ ਵਧਾ ਦਿੱਤੀ ਗਈ ਆ। ਤਦ ਕਰਕੇ ਅਸੀਂ ਮਣੀਪੁਰ ਦੀ ਗੱਲ ਕੀਤੀ ਹੈ ਕਿ ਦੋਵੇਂ ਸਟੇਟ ਜਿਹੜੇ ਆ ਇੱਕੋ ਤਰ੍ਹਾਂ ਦੀ ਸਥਿਤੀ 'ਚੋਂ ਗੁਜ਼ਰ ਰਹੇ ਆ ਔਰ ਸੈਂਟਰ ਦੇ ਉੱਥੇ ਬਿਲਕੁਲ ਜਿਹੜੀ ਹੈਗੇ ਫੋਰਸਾਂ ਪਹੁੰਚ ਚੁੱਕੀਆਂ, ਬੜਾ ਕੁਛ ਹੈਗਾ। ਪਰ ਫੋਰਸਾਂ ਤੋਂ ਨਹੀਂ ਡਰਦੇ, ਲੋਕਲ ਲੋਕ ਆ, ਉਹਨਾਂ ਨੂੰ ਜਿਹੜੀ ਉੱਥੋਂ ਦੀ ਮੈਪ ਆ ਜਾਂ ਉੱਥੋਂ ਦੀ ਟੋਪੋਗ੍ਰਾਫੀ, ਉਹਨੂੰ ਪਤਾ ਹੁੰਦਾ ਵੀ ਕਿੱਧਰ ਨੂੰ ਭੱਜਣਾ, ਕਿੱਧਰ ਗੁਰੀਲਾ ਜੋ ਜਾਣਦੇ ਲੋਕ। ਔਰ ਉਹਦੇ ਵਿੱਚ ਜਿਹੜੀ ਬਾਹਰੋਂ ਗਈ ਫੋਰਸ ਹੈ, ਉਹਨੂੰ ਨਹੀਂ ਪਤਾ ਲੱਗਦਾ। ਹਥਿਆਰ ਚਲਾਉਣੇ ਔਖੇ ਹੋ ਜਾਂਦੇ, ਹਥਿਆਰ ਹੀ ਖੋਹ ਕੇ ਲੈ ਜਾਂਦੇ ਆ, ਥਾਣਿਆਂ ਦੇ ਵਿੱਚ ਘਰਾਂ ਨੂੰ ਅੱਗ ਲਾ ਦਿੰਦੇ ਆ। ਪਰ ਹਰਿਆਣੇ 'ਚ ਅਜੇ ਇੱਥੋਂ ਤੱਕ ਨੌਬਤ ਨਹੀਂ ਆਈ। ਹੋ ਸਕਦਾ ਇਹ ਕੰਟਰੋਲ ਹੋ ਜਾਏ ਔਰ ਸਾਰੇ ਲੋਕ ਸ਼ਾਂਤੀ ਨਾਲ ਰਹਿ ਸਕਣ। ਸਾਰੇ ਲੋਕਾਂ ਨੂੰ ਪਤਾ ਸਾਡਾ ਛੋਟਾ ਭਰਾ ਵਾ ਪੰਜਾਬ ਦਾ, ਔਰ ਇਹਦੇ ਨਾਲ ਸਾਨੂੰ ਇੱਦਾਂ ਦੀ ਜਿਹੜੀ ਹੈਗੀ ਆ ਹਮਦਰਦੀ ਹੈ। ਔਰ ਸਾਰੇ ਲੋਕਾਂ ਨੂੰ ਜਦੋਂ ਹਰਿਆਣੇ ਦਾ ਨਾਮ ਆਉਂਦਾ, ਲੋਕ ਇੱਕਦਮ ਦੇਖਦੇ ਆ ਵੀ ਸਾਡੇ ਰਿਸ਼ਤੇਦਾਰ, ਸਾਡੇ ਭੈਣ ਭਰਾ ਉੱਥੇ ਰਹਿੰਦੇ ਆ। ਬਾਕੀ ਸਟੇਟਾਂ ਨਾਲੋਂ ਹਰਿਆਣਾ ਸਾਨੂੰ ਬਹੁਤ ਨੇੜੇ ਦਾ ਸ਼ਹਿਰ ਜਾਂ ਨੇੜੇ ਦਾ ਜਿਹੜਾ ਸੂਬਾ ਲੱਗਦਾ। ਬਿਲਕੁਲ ਲੱਗਦਾ ਹੈ ਛੋਟਾ ਭਰਾ ਕੀ, ਸਾਰੇ ਛੋਟੇ ਭਰਾ ਨੇ। ਜੇ ਪਾਕਿਸਤਾਨ ਬਣਿਆ, ਉਹ ਵੀ ਪੰਜਾਬ ਦਾ ਛੋਟਾ ਭਰਾ ਜਾਂ ਵੱਡਾ ਭਰਾ ਵਿੱਚੋਂ ਹੀ ਨਿਕਲਿਆ। ਚਲੋ ਉਹ ਤਾਂ ਦੇਸ਼ ਬਣ ਗਿਆ ਨਾ। ਜੋ ਹਰਿਆਣਾ ਨਿਕਲਿਆ, ਹਿਮਾਚਲ ਪ੍ਰਦੇਸ਼ ਨਿਕਲਿਆ, ਉਹ ਵੀ ਪੰਜਾਬ ਚੋਂ ਨਿਕਲਿਆ। ਚੰਡੀਗੜ੍ਹ ਬਣਿਆ, ਉਹ ਵੀ ਪੰਜਾਬ ਚੋਂ ਬਣਿਆ। ਸਾਰੇ ਛੋਟੇ ਭਰਾ ਨੇ, ਵੱਡੇ ਭਰਾ ਨੇ। ਪਰ ਇੱਥੇ ਤੇ ਭਾਂਬੜ ਮੱਚ ਰਹੇ ਨਾ। ਜਿਹੜਾ ਦੁਖੀ ਭਰਾ ਹੁੰਦਾ ਉਹਦੇ ਵੱਲ ਧਿਆਨ ਜਾਂਦਾ, ਜਿਹੜਾ ਸੁਖੀ ਵਸਦਾ ਉਹਨਾਂ ਕਹਿੰਦਾ ਮੌਜਾਂ ਲੈਣ ਦੋ। ਬਿਲਕੁਲ, ਕਿਉਂਕਿ ਕਈ ਵਾਰ ਕਿਹਾ ਜਾਂਦਾ ਹੈ ਕਿ ਯਮੁਨਾ ਨਦੀ ਤੱਕ ਪੰਜਾਬ ਹੀ ਪੰਜਾਬ ਸੀ ਔਰ ਕਿਸੇ ਵਕਤ ਪੰਜਾਬ ਦਾ ਇਤਿਹਾਸ ਸੀ, ਭਾਰਤ ਦਾ ਇਤਿਹਾਸ ਸੀ, ਅਫਗਾਨਿਸਤਾਨ ਤੋਂ ਲੈ ਕੇ। ਸੋ ਅੱਜ ਤੇ ਬਹੁਤ ਕੁਝ ਛੋਟਾ ਹੋ ਗਿਆ ਔਰ ਤੁਸੀਂ ਅਕਸਰ ਕਹਿੰਦੇ ਹੋ ਚਿੜੀ ਦੇ ਪਹੁੰਚੇ ਜਿੰਨਾ ਰਹਿ ਗਿਆ। ਔਰ ਉਹਦੇ ਮਗਰ ਵੀ ਤੁਹਾਨੂੰ ਪਤਾ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਨੇ। ਔਰ ਉਸੇ ਤਾਕਤ ਦੇ ਆਪਾਂ ਜੇ ਗੱਲਬਾਤ ਕਰੀਏ ਤਾਂ ਉਸੇ ਤਾਕਤ ਦੇ ਵਿੱਚ ਇਹ ਜੋ ਨਵੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਘਟਨਾਵਾਂ ਮਿਲਦੀਆਂ ਨੇ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੇ ਮੰਤਰੀਆਂ ਦੇ ਜਿਹੜੇ ਅਖਤਿਆਰ ਨੇ ਉਹਨਾਂ 'ਤੇ ਕੱਟ ਲੱਗਣ ਲੱਗਾ। ਉਹਨੇ ਕਿਹੜਾ ਕੱਟ ਲਾਣਾ ਹੈ ਇਹ ਤਾਂ ਸਮਝ ਨਹੀਂ ਆ ਰਹੀ, ਕਿਉਂਕਿ ਕਿਤੇ ਨਾ ਕਿਤੇ ਵੀ ਪਹਿਲਾਂ ਗੱਲਾਂ ਹੋਈਆਂ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ, ਇੱਦਾਂ ਦੀਆਂ ਚਿੱਠੀਆਂ ਵੀ ਆਉਂਦੀਆਂ ਨੇ ਗਵਰਨਰ ਸਾਹਿਬ ਵੱਲੋਂ ਔਰ ਮੁੱਖ ਮੰਤਰੀ ਸਾਹਿਬ ਆਪਣੇ ਲਹਿਜੇ ਦੇ ਵਿੱਚ ਜਵਾਬ ਦਿੰਦੇ ਨੇ। ਔਰ ਅੱਜ ਹੁਣ ਇਹ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਇਹਨਾਂ ਦੇ ਅਖਤਿਆਰਾਂ ਦੇ ਵਿੱਚ ਕਿਹੜੇ ਕੱਟ ਲੱਗਦੇ ਪਏ ਨੇ ਜੀ। ਨਹੀਂ, ਇਹ ਕੇਂਦਰ ਵੱਲੋਂ ਨਹੀਂ, ਇਹ ਇਹਨਾਂ ਦੀ ਆਪਣੀ ਜਿਹੜੀ ਆ ਮੀਟਿੰਗ ਆ, ਇਹਨਾਂ ਨੇ ਕਿਹਾ ਕਿ ਜਿਹੜੇ ਵਾਧੂ ਖਰਚੇ ਹੋ ਰਹੇ ਸੀਗੇ, ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਕੋਲੋਂ 50 ਕਰੋੜ ਦਾ ਹੈਗਾ ਸੀ ਖਰਚਾ ਰੱਖਣ ਦਾ, ਉਹ ਇਹਨਾਂ ਘਟਾ ਕੇ 37 ਕਰ ਦਿੱਤਾ ਗਿਆ। ਔਰ ਜਿਹੜੇ ਮੰਤਰੀ ਸੀਗੇ ਉਹਨਾਂ ਕੋਲ 2-2.5 ਕਰੋੜ ਦਾ ਸੀਗਾ, ਉਹਨਾਂ ਨੂੰ 1 ਕਰੋੜ ਦਾ ਖਰਚਾ ਰਹਿਣ ਦਿੱਤਾ। ਅਖਤਿਆਰੀ ਫੰਡ ਆ ਇਹ ਜਿਹੜਾ, ਜਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਕੋ ਹੁੰਦਾ, ਮੈਂਬਰ ਪਾਰਲੀਮੈਂਟ ਨੂੰ ਜਿਹੜੀ ਆ ਕੇਂਦਰ ਦਿੰਦੀ ਆ ਆਪਣੇ ਇਲਾਕੇ ਨੂੰ ਸਵਾਰਨ ਲਈ, ਆਪਣੇ ਸਹੂਲਤਾਂ ਪ੍ਰਦਾਨ ਕਰਨ ਲਈ। ਇਹ ਅਖਤਿਆਰੀ ਕੋਟਾ ਸੀ ਇਹਨਾਂ ਕੋਲ। ਇਹਨੂੰ ਅੱਜ ਦੀ ਕੋਈ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਇਹਨੂੰ ਹਰੀ ਝੰਡੀ ਮਿਲ ਰਹੀ ਆ। ਔਰ ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿਹੜਾ ਪੈਸਾ ਅਸੀਂ ਵਾਧੂ ਦੇ ਰਹੇ ਖਜ਼ਾਨੇ ਦੇ ਵਿੱਚੋਂ, ਇਹਦੇ 'ਤੇ ਰੋਕ ਲਾਈ ਜਾਵੇ। ਐਡ 'ਤੇ ਰੋਕ ਲੱਗੂਗੀ, ਜਿਹੜੇ ਸੜਕਾਂ 'ਤੇ ਇਹਨਾਂ ਦੇ ਜਾ ਰਹੇ ਸੀ, ਮੁੱਖ ਮੰਤਰੀ ਵੀ ਨਹੀਂ ਕਰਨਗੇ ਇਹਦੇ ਵਿੱਚ। ਇਹਨਾਂ ਨੇ ਕਹਿਤਾ ਇਸ ਖਰਚੇ ਨੂੰ ਬਚਾਇਆ ਜਾਵੇ। ਕੁਝ ਸੂਝਵਾਨ ਜਾਂ ਇਹਨਾਂ ਦਾ ਲੋਕ ਸੰਪਰਕ ਵਿਭਾਗ ਹੈਗਾ ਜਿਹੜਾ ਐਡਵਰਟਾਈਜ਼ ਦੇ ਨਾਲ ਚੱਲਦਾ ਹੈਗਾ, ਉਹਨਾਂ ਨੇ ਜਦੋਂ ਮੀਟਿੰਗ ਕੀਤੀ ਹੈ, ਉਹਨਾਂ ਨੇ ਕਿਹਾ ਇਸ ਗੱਲ ਤੋਂ ਥੋੜ੍ਹਾ ਜਿਹਾ ਦੂਰ ਹੋ ਜਾਓ ਤਾਂ ਕਿ ਪੈਸਾ ਬਚਾਈਏ। ਜਿਹੜਾ ਅਖਤਿਆਰੀ ਕੋਟਾ ਉਹਨੂੰ ਵੀ ਕੱਟ ਲਾ ਦਈਏ। ਔਰ ਪਹਿਲੋਂ ਇਹਨਾਂ ਨੇ ਲਾਇਆ ਸੀ ਜਿਹੜਾ ਵਿਜ਼ਿਟ ਕਰਦੇ ਆ ਨਾ, ਜਿਹੜਾ ਜਿਹਦੇ ਵਿੱਚ DATA ਮਿਲਦਾ ਸੀ ਇਹਨਾਂ ਨੂੰ, ਉਹ ਵੀ ਰੋਕ ਲਿਆ ਸੀ ਇਹਨਾਂ ਨੇ। ਦੂਜਾ ਹੋਟਲ 'ਚ ਨਹੀਂ ਰਹਿਣਗੇ, ਉਹਨਾਂ ਦਾ ਜਿਹੜਾ ਉੱਥੇ MLA ਬਣਿਆ ਭਵਨ, ਉਹਦੇ ਵਿੱਚ ਹੀ ਰਹਿ ਸਕਦੇ। ਚੰਡੀਗੜ੍ਹ ਜਦੋਂ ਜਾਂਦੇ ਸੀਗੇ ਉਹ ਵੀ ਇਹਨਾਂ ਨੇ ਕੱਟ ਲਾਤਾ ਵੀ ਜਦੋਂ ਆਉਣਗੇ ਜਾਣਗੇ। ਬਾਕੀ ਪੈਨਸ਼ਨਾਂ ਦਾ ਤਾਂ ਆਪਾਂ ਨੂੰ ਪਤਾ, ਸਾਡੇ ਦਰਸ਼ਕਾਂ ਨੂੰ ਪਤਾ, ਇਹਨਾਂ ਦੇ ਪੈਨਸ਼ਨਾਂ ਵੀ ਜਿਹੜੀਆਂ ਇੱਕ ਕਰਤੀ ਸੀ ਇੱਕ ਟਾਈਮ ਦੀ, ਔਰ ਇੱਕੋ ਪਦਵੀ 'ਤੇ ਇੱਕੋ ਹੋਣਗੇ, ਨਹੀਂ ਤਾਂ ਕਈ 5-5 ਲੈ ਰਹੇ ਸੀਗੇ। ਔਰ ਉਹ ਸਾਰੀਆਂ ਘਟਾ ਕੇ ਉਹਨਾਂ ਨੇ ਇੱਕ ਕਰ ਦਿੱਤੀ ਸੀ। ਖਰਚੇ ਘਟਾਏ ਆ ਔਰ ਭਗਵੰਤ ਮਾਨ ਸਰਕਾਰ ਨੇ ਕੰਮ ਤਾਂ ਜਿਹੜਾ ਕੁਛ ਨਾ ਕੁਛ ਚੰਗੇ ਤਰੀਕੇ ਨਾਲ ਕਰ ਰਹੇ ਜੇ, ਅਤੇ ਅਮਲੀ ਜਾਮਾ ਪਹਿਨਾਉਣ ਇਹਨੂੰ, ਤਰੀਕੇ ਨਾਲ ਚੱਲਣ, ਕਿਉਂਕਿ ਫੰਡ ਦੀ ਘਾਟ ਤਾਂ ਰਹੀ ਇਹਨਾਂ ਨੂੰ ਬਹੁਤ ਜ਼ਿਆਦਾ। ਹੁਣੇ ਇਹਨਾਂ ਨੇ ਜਾ ਕੇ ਜੋ ਜਿਹੜੇ ਲੱਦਾਖ ਦੇ ਵਿੱਚ ਜਾ ਕੇ ਸ਼ਹੀਦ ਹੋਏ ਸੀ ਫੌਜੀ, 2 ਪਰਿਵਾਰਾਂ ਨੂੰ 1-1 ਕਰੋੜ ਰੁਪਈਆ ਉਹਨਾਂ ਨੂੰ ਦਿੱਤਾ, ਜਿਹੜੇ ਹਾਦਸੇ ਨਾਲ ਲੱਗ ਕੇ ਔਰ ਮਰ ਗਏ। ਉੱਥੋਂ ਦੀ ਗੱਡੀ ਉਲਟ ਗਈ ਸੀ ਉੱਥੇ ਫੌਜੀ ਜਵਾਨਾਂ ਨੂੰ। ਬਹੁਤ ਅੱਛੀ ਗੱਲ ਹੈ, ਉਹਨਾਂ ਦੇ ਪਰਿਵਾਰ ਨੂੰ ਇਹਨਾਂ ਨੇ ਇਹ ਬਹੁਤ ਵੱਡੀ ਮਾਇਕ ਸਹਾਇਤਾ ਦਿੱਤੀ ਹੈ ਜੀ। ਇੱਦਾਂ ਦੇ ਸ਼ਹੀਦਾਂ ਨੂੰ ਪੈਸਾ ਦੇਣਾ ਬਣਦਾ।
ਔਰ ਜਿਹੜੇ ਲੋਕ ਆਮ ਜਿਹੜੇ ਤੁਸੀਂ ਆਂਦੇ ਬਾਗੜ ਵੇਲੇ ਕਈ ਵਾਰੀ ਕਹਿੰਦੇ ਜਾਂ ਕਾਲੀਆਂ ਭੇਡਾਂ, ਉਹ ਪੈਸਾ ਇਕੱਠਾ ਕਰਕੇ ਜੇਬ 'ਚ ਪਾਉਂਦੇ, ਉਹ ਗਲਤ ਗੱਲ ਹੈ। ਜਿਹੜੇ ਦੇਸ਼ ਕੌਮ ਦੀ ਰਾਖੀ ਲਈ ਮਰਦੇ ਆ, ਉਹਨਾਂ ਲਈ ਪੈਸਾ, ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਜ਼ਰੂਰੀ ਹੈ। ਇਹ ਭਗਵੰਤ ਮਾਨ ਸਰਕਾਰ ਨੇ ਬੜੀ ਸਰਾਹਨਾਯੋਗ ਕੰਮ ਕੀਤਾ, ਔਰ ਇਹਦੇ ਨਾਲ ਉਹਨਾਂ ਨੇ ਅੱਗੇ ਵੀ ਅਨਾਉਂਸ ਕੀਤਾ ਹੈ ਕਿ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੱਡੇ ਅਵਾਰਡ ਮਿਲਣੇ ਚਾਹੀਦੇ ਆ ਕੇਂਦਰ ਸਰਕਾਰ ਵੱਲੋਂ, ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਹੋਣਾ ਚਾਹੀਦਾ ਹੈ। ਔਰ ਅਸੀਂ ਵੀ ਆਂਦਾ ਉਹਦੇ ਵਿੱਚ ਨਾਲ ਸਹਾਇਤਾ ਕਰਾਂਗੇ। ਔਰ ਕਿਉਂਕਿ ਇਹਨਾਂ ਨੇ ਸਹੁੰ ਹੀ ਉੱਥੇ ਖਟਕੜ ਕਲਾਂ ਖਾਧੀ ਸੀ, ਉੱਥੇ ਜਾ ਕੇ ਪੂਰਾ ਵਿਸ਼ਾਲ ਸਮਾਗਮ ਕੀਤਾ ਸੀਗਾ, ਔਰ ਪਗੜੀ ਵੀ ਉਸੇ ਕਲਰ 'ਚ ਬਣ ਰਹੇ ਆ, ਔਰ ਉਹ ਸਾਰਾ ਏਰੀਆ ਹੀ ਸਾਰਾ ਪੀਲਾ ਹੋ ਗਿਆ ਸੀਗਾ। ਅੱਛੀ ਗੱਲ ਹੈ ਜੀ, ਉਹਨਾਂ ਦੀ ਪੈਗਾਮ 'ਤੇ, ਉਹਨਾਂ ਦੇ ਸੰਦੇਸ਼ 'ਤੇ ਚੱਲ ਕੇ ਲੋਕਾਂ ਦਾ ਭਲਾ ਚਾਹੁੰਦੇ ਆ ਜਾਂ ਲੋਕਾਂ ਲਈ ਚੱਲਣਗੇ, ਲੋਕਾਂ ਦਾ ਕੰਮ ਕਰਨਗੇ, ਅਤੇ ਪਬਲਿਕ ਇਹਨਾਂ ਨਾਲ ਮੋਢਾ ਢਾਹ ਕੇ ਚੱਲਦੀ ਰਹੂਗੀ। ਬਿਲਕੁਲ ਠੀਕ ਗੱਲ ਹੈ। ਔਰ ਤੁਸੀਂ ਗੱਲ ਕੀਤੀ ਕਿ ਕਰਪਸ਼ਨ ਦੀ, ਤੁਸੀਂ ਗੱਲ ਕੀਤੀ ਬਾਗੜ ਬਿੱਲਿਆਂ ਦੀ। ਸੋ ਹੁਣ ਸਿਹਤ ਮੰਤਰੀ ਸਾਹਿਬ ਕਹਿੰਦੇ ਨੇ ਪੰਜਾਬ ਦੇ ਕਿ ਖਾਕਾ ਤਿਆਰ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ। ਹੁਣ ਇਹ ਯੋਜਨਾ ਚੱਲਣੀ ਹੈ, 3 ਲੇਅਰ ਯੋਜਨਾ ਹੈ ਜਿਹੜੀ ਚੱਲਣੀ ਹੈ। ਹੁਣ ਇਹਦੇ ਵਿੱਚ ਫਿਰ ਉਹੀ ਬਾਗੜ ਬਿੱਲੇ ਜਿਨ੍ਹਾਂ ਦੇ ਹਿੱਸੇ ਤੈਅ ਨੇ, ਬਿਲਕੁਲ ਸਹੀ ਗੱਲ, ਨਸ਼ੇ ਵਾਲਿਆਂ ਦੇ ਨਾਲ ਜਿਨ੍ਹਾਂ ਨੇ ਹੱਥ ਮਿਲਾਏ ਹੋਏ ਨੇ ਕਿ ਜਿੰਨੀ ਵਿਕਰੀ ਹੋਏਗੀ ਉਹਦੇ ਵਿੱਚੋਂ ਸਾਡਾ ਪਰਸੈਂਟੇਜ ਕਿੰਨਾ ਹੈ। ਹੁਣ ਇਹ ਬਾਗੜ ਬਿੱਲਿਆਂ ਦਾ ਵੀ ਇਲਾਜ ਹੋਣਾ ਚਾਹੀਦਾ। ਖਾਕਾ ਤਿਆਰ ਕਰਨ ਦੇ ਵਿੱਚ ਇਹ ਚੀਜ਼ ਵੀ ਹੋਣੀ ਚਾਹੀਦੀ ਆ ਕਿ ਜਿਹੜੇ ਇਹਦੇ 'ਚ ਜਿਹਨੂੰ ਆਪਾਂ ਕਹਿੰਦੇ ਨਾ ਕਮਜ਼ੋਰੀਆਂ ਨੇ, ਲੂਪ ਹੋਲਸ ਨੇ, ਜਿਨ੍ਹਾਂ ਨੂੰ ਇਹ ਆਪਣੇ ਮਰਜ਼ੀ ਨਾਲ ਤੋੜ ਮਰੋੜ ਲੈਂਦੇ ਨੇ ਔਰ ਆਪਣਾ ਫਾਇਦਾ ਕੱਢ ਲੈਂਦੇ ਨੇ, ਔਰ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਹੋਣ ਦਿੰਦੇ ਕਿਉਂਕਿ ਇਹਨਾਂ ਦੀ ਜੇਬ ਗਰਮ ਹੁੰਦੀ ਹੈ, ਇਹਨਾਂ ਦੀ ਜੇਬ 'ਚ ਪੈਸੇ ਆਉਂਦੇ ਨੇ। ਇਹਨਾਂ ਬਾਗੜ ਬਿੱਲਿਆਂ ਦਾ ਇਲਾਜ ਵੀ ਹੋਣਾ ਚਾਹੀਦਾ ਹੈ ਇਸ ਖਾਕੇ ਦੇ ਵਿੱਚ। ਸੋ ਇਹਦੇ ਵਿੱਚ ਸਿਹਤ ਮੰਤਰੀ ਸਾਹਿਬ ਕੀ ਕਰਨਗੇ, ਕਿਵੇਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਗੇ, ਕਿਉਂਕਿ ਬੜੀਆਂ ਪਾਰਟੀਆਂ ਸਾਲਾਂ ਤੋਂ ਲੱਗੀਆਂ ਹੋਈਆਂ ਨੇ ਨਸ਼ਾ ਮੁਕਤ ਕਰਵਾਉਣ ਵਾਸਤੇ ਪੰਜਾਬ ਨੂੰ। ਇਹਨਾਂ ਨੇ ਹੁਣੇ ਇੱਕ ਬਲਬੀਰ ਸਿੰਘ ਨੇ, ਸਿਹਤ ਮੰਤਰੀ, ਉਹਨਾਂ ਨੇ ਐਲਾਨ ਕੀਤਾ ਕਿ ਸਾਡੀ ਮੀਟਿੰਗ ਹੋ ਗਈ ਹੈ ਮੰਤਰੀ ਮੰਡਲ ਦੀ, ਉਹਦੇ ਵਿੱਚ ਬਲੂ ਪ੍ਰਿੰਟ ਵੀ ਜਿਹੜਾ ਹੈਗਾ ਉਹ ਜਾਰੀ ਕੀਤਾ। ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਸਕੂਲਾਂ ਦੇ ਵਿੱਚ ਵਿਦਿਆਰਥੀ ਨੇ ਜਾਂ ਜਿਹੜੇ ਬੱਚੇ ਪੜ੍ਹ ਰਹੇ ਆ, ਯੂਨੀਵਰਸਿਟੀਆਂ ਵਿੱਚ ਹੈ, ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਇਸ ਬਾਰੇ ਨਾਲ ਮੈਸੇਜ ਦਿਆਂਗੇ, ਵੀਡੀਓ ਨਾਲ ਵੀ ਦੱਸਾਂਗੇ, ਔਰ ਇਹਦੇ ਵਿੱਚ ਕੀ ਘਾਟੇ ਵਾਧੇ ਹੈਗੇ ਆ। ਪਲੱਸ ਅਸੀਂ ਕੁਝ ਟੈਸਟ ਵੀ ਲਵਾਂਗੇ, ਉਹਨਾਂ ਟੈਸਟਾਂ ਦਾ ਜਿਹੜਾ ਰਿਪੋਰਟ ਅਸੀਂ ਉਹ ਜਾਰੀ ਨਹੀਂ ਕਰਾਂਗੇ, ਉਹਨੂੰ ਲੁਕਾ ਕੇ ਰੱਖਾਂਗੇ ਕਿ ਉਹਨਾਂ ਨੂੰ ਫਿਰ ਬੱਚਿਆਂ ਨੂੰ ਜਿਹੜੇ ਅਫੈਕਟਡ ਆ ਉਹਨਾਂ ਨੂੰ ਠੀਕ ਕਰਨ ਦਾ ਜਿਹੜਾ ਸਾਰੇ ਦਾ ਸਾਰੀ ਸਹੂਲਤ ਆ ਪੰਜਾਬ ਗੌਰਮੈਂਟ ਦੇਊਗੀ। ਦੂਜੇ ਪਾਸੇ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਵੀ ਗੈਂਗਵਾਰ ਨਾਲ ਜੁੜੇ ਨੇ ਅਧਿਕਾਰੀ, ਜਿਹੜੇ ਵੀ ਨਸ਼ਾ ਤਸਕਰੀ ਨਾਲ ਜੁੜੇ ਨੇ, ਉਹ ਬਖਸ਼ੇ ਨਹੀਂ ਜਾਣਗੇ। ਹੁਣੇ ਵੀਡੀਓ ਜ਼ਾਹਰ ਵੀ ਹੋਈ ਸੀ ਅੰਮ੍ਰਿਤਸਰ 'ਚ, ਇੱਕ ਕੋਈ ਸਮਾਗਮ ਸੀਗਾ ਬਹੁਤ ਵੱਡਾ, ਉਹਦੇ ਵਿੱਚ ਬਹੁਤ ਪੁਲਿਸ ਅਧਿਕਾਰੀ ਨਸ਼ਾ ਤਸਕਰਾਂ ਨਾਲ, ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨਾਲ, ਜਿਹੜੇ ਗੈਂਗਸਟਰ ਨੇ ਉਹਨਾਂ ਨਾਲ ਫੋਟੋ ਜ਼ਾਹਰ ਹੋਈ ਆ। ਉਹਨਾਂ ਨੇ ਆਪਣੇ ਜਨਮ ਦਿਨ ਦੀਆਂ ਕੋਈ ਪਾਰਟੀਆਂ ਬਣਾਈਆਂ ਸੀ, ਉਹਦੇ ਵਿੱਚ ਟੇਬਲਾਂ 'ਤੇ ਬੈਠੇ ਉਹਨਾਂ ਨਾਲ ਗੱਲਾਂ ਕਰ ਰਹੇ ਆ, ਔਰ ਇਹਦਾ ਮਤਲਬ ਹੈਗਾ ਕਿ ਇਹਨਾਂ ਦਾ ਰਾਬਤਾ, ਇਹਨਾਂ ਦਾ ਉਹਨਾਂ ਨਾਲ ਟੁਕਵਾਂ ਮੇਲ ਜੋਲ ਹੁੰਦਾ ਰਹਿੰਦਾ। ਔਰ ਉਹਨਾਂ ਨੇ ਕਿਹਾ ਕਿ ਉਹ ਸਾਨੂੰ ਵੀਡੀਓ ਜ਼ਾਹਰ ਹੋ ਗਈ ਹੈ, ਉਹਦੀ ਇਨਕੁਆਇਰੀ ਵੀ ਕਰਾਂਗੇ। ਨਸ਼ਾ ਤਸਕਰ ਪਲੱਸ ਅਧਿਕਾਰੀ, ਬਾਕੀ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿਹੜਾ ਭੰਗ ਕਰ ਦਿੱਤਾ ਸਾਰਾ ਕੁਝ ਹੈਗਾ, ਅਸੀਂ ਉਹਨਾਂ ਨਾਲ ਫਿਰ ਜਾ ਕੇ ਗੱਲ ਕਰਾਂਗੇ। ਔਰ ਪਿੰਡਾਂ ਦੇ ਲੋਕਾਂ ਦੇ ਜਿਹੜੇ ਨੁਮਾਇੰਦੇ ਨੇ, ਨੰਬਰਦਾਰ ਤੱਕ ਕਹਿੰਦੇ ਅਸੀਂ ਮਿਲਾਂਗੇ। ਔਰ ਖ਼ਾਸ ਕਰਕੇ ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਬਿਮਾਰੀ ਜ਼ਿਆਦਾ ਪੈ ਗਈ ਆ ਨਸ਼ਾ ਖਾਣ ਦੀ, ਔਰ ਮਾਲਵਾ ਇਹਦੇ ਨਾਲ ਜ਼ਿਆਦਾ ਅਫੈਕਟਡ ਹੈ। ਉਹ ਤੋਂ ਬਾਅਦ ਮਾਝਾ ਹੈਗਾ, ਦੁਆਬੇ 'ਚ ਘੱਟ ਹੈ ਕਿਉਂਕਿ ਦੁਆਬੇ 'ਚ ਜਵਾਨ ਰਿਹਾ ਹੀ ਕੋਈ ਨਹੀਂ। ਦੁਆਬੇ ਦੇ ਮੁੰਡੇ ਤਾਂ ਬਾਹਰ ਬੈਠੇ ਆ, ਔਰ ਉਹ ਇਸ ਗੱਲ ਤੋਂ ਵੈਸੇ ਮੁਕਤ ਹੈਗੇ ਆ। ਦੁਆਬਾ ਇਸ ਵੇਲੇ ਆਰਥਿਕ ਤੌਰ 'ਤੇ ਬਹੁਤ ਅਭਾਵ ਹੈਗਾ, ਮਾਝਾ ਉਹਨੂੰ ਥੋੜ੍ਹਾ ਥੱਲੇ ਹੈ। ਮਾਲਵਾ ਦੇ ਵਿੱਚ ਜ਼ਮੀਨ ਲੋਕਾਂ ਕੋਲ ਬਹੁਤ ਜ਼ਿਆਦਾ ਸੀ, ਪਰ ਜ਼ਮੀਨ ਦੇ ਹੁੰਦਿਆਂ ਵੀ ਲੋਕ ਉੱਥੋਂ ਸ਼ਿਫਟ ਕਰ ਗਏ ਆ। ਸਭ ਤੋਂ ਪਹਿਲਾਂ ਦੁਆਬਾ ਅੱਗੇ ਰਿਹਾ, ਪਰ ਹੁਣ ਇਸ ਵੇਲੇ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ 3 ਸਟੇਟਾਂ ਦੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਹੁਣ ਇਸ ਵੇਲੇ ਜਵਾਨੀ 'ਚ ਪੈਰ ਰੱਖ ਰਹੇ ਆ। ਜਿਹੜੀ ਸੈਕੰਡ ਜਨਰੇਸ਼ਨ ਆ ਉਹ ਤੋਂ ਬੱਚੇ ਬਾਹਰ ਚਲੇ ਗਏ, ਜਿਹੜੀ ਹੁਣ ਕਮਿੰਗ ਜਨਰੇਸ਼ਨ ਆ ਉਹਨੂੰ ਬਚਾਉਣ ਲਈ ਅਸੀਂ ਸਾਰੇ ਰੋਡ ਮੈਪ ਵੀ ਤਿਆਰ ਕਰ ਲਿਆ, ਸਾਰਾ ਕੁਝ ਕਰ ਲਿਆ। ਅਸੀਂ ਡਿਊਟੀਆਂ ਲਾਤੀਆਂ, ਜਿਹੜੇ ਸਿਹਤ ਅਧਿਕਾਰੀ ਨੇ ਉਹ ਜਾ ਕੇ ਪਤਾ ਕਰ ਰਹੇ ਆ, ਸੈਂਪਲ ਲੈ ਰਹੇ ਆ, ਲੋਕਾਂ ਕੋਲ ਖਾਣ ਪੀਣ ਦੇ ਸੈਂਪਲ ਲੈ ਰਹੇ ਆ। ਔਰ ਵਧੀਆ ਗੱਲ ਹੈ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ 3 ਲੇਅਰ ਦੀ ਗੱਲ ਸੀਗੀ, ਉਹ ਪਹਿਲਾਂ ਵੀ ਹੋਈ ਆ, ਔਰ ਉਹਦੇ 'ਚ ਮੰਤਰੀ ਮੰਡਲ ਪੂਰਾ ਇਨਵੋਲਵ ਕਰ ਲਿਆ। ਉਹਨੇ ਕਹਿੰਦਾ ਮੈਂ ਇਕੱਲਾ ਮੰਤਰੀ ਨਹੀਂ ਗਾ, ਸਾਰੇ ਇਹਦੇ 'ਚ ਕੰਮ ਕਰਨਗੇ, MLA ਵੀ ਜਾਣਗੇ, ਔਰ ਸਾਰਿਆਂ ਦੀ ਡਿਊਟੀਆਂ ਲਾਤੀਆਂ, ਤਾਇਨਾਤ ਕਰਤੀਆਂ ਵੀ ਕਿਹੜੇ ਏਰੀਏ 'ਚ ਕੌਣ ਜਾਊਗਾ। ਐਗਜ਼ੈਕਟਲੀ। ਹਾਂ, ਪਰ ਦੂਜੇ ਪਾਸੇ ਇਹਨਾਂ ਨੂੰ ਇਸ ਵੇਲੇ ਤਾਂ ਹੜ੍ਹ ਨੇ ਮਾਰਿਆ ਪਿਆ ਵਾ। ਇਹਦੇ ਵਿੱਚ ਅਜੇ ਇਹ ਬਸ ਜਿਹੜਾ ਠੰਡਾ ਰਹੂਗਾ ਕੰਮ, ਕਿਉਂਕਿ ਅਜੇ ਤੱਕ MLA ਸਾਰੇ ਉੱਥੇ ਉਹ ਉਸ ਪਾਸੇ ਆ। ਫਿਰ ਉਹਨਾਂ ਨੂੰ ਜਿਹੜਾ ਮੁਆਵਜ਼ਾ ਦੇ ਰਹੇ ਆ, ਪੈਸਾ ਧੇਲਾ ਦੇ ਰਹੇ ਆ, ਔਰ ਜਿਹੜਾ ਦੂਜੀ ਵਾਰੀ ਹੜ੍ਹ ਆ ਗਿਆ ਉਹਦੇ ਵਿੱਚ ਬਹੁਤ ਲੋਕ ਇਸ ਵੇਲੇ ਪ੍ਰਭਾਵਿਤ ਹੋ ਗਏ ਆ। ਉਹਦੇ 'ਚ ਵੀ ਸਰਕਾਰ ਦੀ ਤਵੱਜੋ ਹੈਗੀ। ਹੁਣ ਸਰਕਾਰ ਇੰਨਾ ਕੁਛ ਤਾਂ ਬਹੁਤਾ ਕਰ ਨਹੀਂ ਸਕਦੀ, ਪੈਸਾ ਵੀ ਉਹਨਾਂ ਕੋਲ ਉਹਨਾਂ ਕੁ ਲਿਮਟਡ ਹੈ, ਅਤੇ ਕੇਂਦਰ ਸਰਕਾਰ ਨੇ ਹੱਥ ਖਿੱਚ ਲਿਆ ਸੀ। ਕੱਲ੍ਹ ਆਪਾਂ ਗੱਲ ਕੀਤੀ ਸੀ ਕਿ ਉਹਦੇ ਵਿੱਚ ਗਵਰਨਰ ਸਾਹਿਬ ਨੇ ਵੀ ਹੱਥ ਖਿੱਚਿਆ। ਗਵਰਨਰ ਸਾਹਿਬ ਖੁਦ ਉੱਥੇ ਘੁੰਮ ਕੇ ਆਏ ਆ, ਵੇਖ ਲਿਆ ਕਿੰਨਾ ਵਿਨਾਸ਼ ਹੋਇਆ, ਕਿੰਨੇ ਲੋਕ ਫਸਲਵਾੜੀ ਤਬਾਹ ਹੋ ਗਈ ਆ।
ਪਰ ਇਹਨਾਂ ਦੇ ਇੱਕ ਕੰਨ ਤੋਂ ਜੂ ਨਹੀਂ ਸਰਕੀ। ਉਹਨਾਂ ਨੇ ਕੁਝ ਨਹੀਂ ਗੱਲ ਕੀਤੀ, ਨਾ ਕੋਈ ਐਲਾਨ ਕੀਤਾ, ਨਾ ਕੇਂਦਰ ਨਾਲ ਗੱਲ ਕੀਤੀ ਹੈ, ਨਾ ਸਾਡੇ ਵਿਦੇਸ਼ ਮੰਤਰੀ ਜਾਂ ਜਿਹੜੇ ਗ੍ਰਹਿ ਮੰਤਰੀ ਉਹਨਾਂ ਨੂੰ ਕਿਹਾ, ਔਰ ਫੰਡਿੰਗ ਕੋਈ ਉੱਥੋਂ ਦੀ ਜਿਹੜੀ ਆ ਉਹ ਨਹੀਂ ਲਈ ਜਾਣਾ ਲੈਣਾ ਚਾਹੀਦਾ। ਇਹ ਵੀ ਗੱਲ ਬੜੀ ਮਾੜੀ ਹੈਗੀ ਆ। ਲੜਾਈ ਝਗੜਾ ਜ਼ਰੂਰ ਕਰਦੇ ਆ ਔਰ ਉਹਦੇ ਵਿੱਚ ਫਾਈਲਾਂ ਜ਼ਰੂਰ ਰੋਕ ਕੇ ਬਹਿ ਜਾਂਦੇ ਆ, ਔਰ ਕੰਮ ਨਹੀਂ। ਔਰ ਕੰਮ ਦਾ ਜਿਹੜਾ ਇਹ ਮੁਆਵਜ਼ਾ ਭਰਨ ਲਈ ਇਹ ਸਰਕਾਰ ਜਿਹੜੀ ਮੌਜੂਦਾ ਇੱਥੋਂ ਦੀ ਪੰਜਾਬ ਸਰਕਾਰ ਇਹੋ ਕਰੂਗੀ ਇਕੱਲੀ। ਜੀ ਬਿਲਕੁਲ ਠੀਕ ਹੈ, ਨਸ਼ਾ ਮੁਕਤ ਹੋਣਾ ਚਾਹੀਦਾ ਹੈ ਔਰ ਇਹਦੇ ਵਿੱਚ ਲੋਕਾਂ ਨੂੰ ਮਿਲ ਕੇ ਅੱਗੇ ਆਉਣਾ ਚਾਹੀਦਾ, ਲੋਕਾਂ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ। ਜਦੋਂ ਤੱਕ ਲੋਕ ਪਿੱਛੇ ਨਹੀਂ ਪੈਂਦੇ ਇਹਨਾਂ ਨਸ਼ਾ ਵੰਡਣ ਵਾਲਿਆਂ ਦੇ, ਲੋਕ ਆਪਣੇ ਬੱਚਿਆਂ ਨੂੰ ਨਹੀਂ ਵਰਜਦੇ, ਨਹੀਂ ਮਜ਼ਬੂਤ ਕਰਦੇ ਕਿ ਬੱਚੇ ਇਹਨਾਂ ਦੇ ਝਾਂਸੇ ਵਿੱਚ ਨਾ ਆਉਣ, ਇਹਨਾਂ ਦੇ ਚੱਕਰ ਵਿੱਚ ਨਾ ਪੈਣ, ਇਹ ਸੰਸਕਾਰ ਨਹੀਂ ਦਿੰਦੇ, ਉਦੋਂ ਤੱਕ ਇਸ ਤੋਂ ਮੁਕਤੀ ਪਾਉਣਾ ਮੁਸ਼ਕਲ ਲੱਗਦਾ, ਕਿਉਂਕਿ ਲੋਕਾਂ ਦੀ ਤਾਕਤ ਹੈ ਇਹਦੇ 'ਚ। ਗੱਲ ਤੁਹਾਡੀ ਸਹੀ ਹੈ, ਜਿਹੜੀ ਲੋਕਾਂ ਦੀ ਤਾਕਤ ਤੁਸੀਂ ਕਹੀ ਹੈ ਨਾ, ਲੋਕ ਜੇ ਚਾਹੁੰਦੇ ਸਰਕਾਰ ਨੂੰ ਵੀ ਮੋਦੀ ਕਰ ਦਿੰਦੇ, ਪਲਟਾ ਦਿੰਦੇ ਸਰਕਾਰ ਨੂੰ। ਬਿਲਕੁਲ, ਜੇ ਲੋਕ ਚਾਹਣ ਤਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਮੂੰਹ ਦੇ ਮੂੰਹ ਸੁੱਟ ਸਕਦੇ। ਜੇ ਲੋਕ ਯੂਨਾਈਟ ਹੋ ਜਾਣ, ਜੇ ਉਹਨਾਂ ਦੀ ਸੋਚ ਇੱਕ ਹੋ ਜੇ, ਇੱਕ ਸੁਰਤਾ ਵਾਲੇ ਪਾਸੇ ਆ ਜਾਣ, ਤੇ ਸਾਰੀਆਂ ਚੀਜ਼ਾਂ ਖਤਮ ਹੋ ਸਕਦੀਆਂ। ਅਸੀਂ ਕਿਸਾਨ ਅੰਦੋਲਨ ਦੇਖਿਆ ਹੀ ਹੈ, ਬਿਲਕੁਲ, ਤੇ ਹੁਣ ਵੀ ਦੇਖ ਲਓ, ਕਿਸਾਨ ਯੂਨੀਅਨ ਤੇ ਕਿਰਤੀ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਤੇ ਕਿਸਾਨ ਯੂਨੀਅਨ ਮੁੜ ਕੇ ਇਕੱਠੇ ਹੋ ਗਏ ਨੇ ਔਰ ਉਹਨਾਂ ਨੇ ਸਰਕਾਰ ਦੇ ਵਿਰੁੱਧ ਰੈਲੀਆਂ ਦਾ ਆਯੋਜਨ ਸ਼ੁਰੂ ਕਰ ਦਿੱਤਾ, ਕਿਉਂਕਿ ਬਹੁਤ ਸਾਰੀਆਂ ਮੰਗਾਂ, ਬਹੁਤ ਸਾਰੇ ਮਸਲੇ ਜਿਹੜੇ ਪੈਂਡਿੰਗ ਪਏ ਨੇ, ਉਹਨਾਂ ਦਾ ਹੱਲ ਲੱਭਣਾ ਹੈ। ਹੁਣ ਕਿਸਾਨ ਅੰਦੋਲਨ ਨੇ ਸਭ ਨੂੰ ਤਿਆਰ ਕਰ ਦਿੱਤਾ ਕਿ ਇੱਕੋ ਹੀ ਰਾਹ ਰਹਿ ਗਿਆ ਅੰਦੋਲਨ ਦਾ ਰਾਹ, ਔਰ ਉਹ ਲੋਕਤੰਤਰ ਦਾ ਰਾਹ ਹੈ ਅੰਦੋਲਨ ਕਰਨਾ। ਔਰ ਇਸ ਅੰਦੋਲਨ ਦੇ ਸਿਰ ਦੇ ਉੱਤੇ ਉਹਨਾਂ ਨੇ ਮੋਰਚਾ ਜਿੱਤਿਆ ਸੀ, ਕਿਸਾਨ ਮੋਰਚਾ, ਤੇ ਹੁਣ ਇਹ ਦੁਬਾਰੇ ਮੋਰਚੇ ਦੇ ਉੱਤੇ ਆ ਗਏ ਨੇ। ਹਾਂ, ਜਿਹੜਾ ਕਿਸਾਨ ਅੰਦੋਲਨ ਸੀ ਉਹ ਬਿਲਕੁਲ ਵਾਕਿਆ ਹੀ ਬਹੁਤ ਵੱਡਾ ਭਾਰੂ ਔਰ ਬੜਾ ਸੰਘਰਸ਼ਮਈ ਅੰਦੋਲਨ ਸੀ। ਪੂਰੀ ਦੁਨੀਆ ਹਿਲਾਈ ਉਹਦੇ 'ਚ, ਔਰ ਪੂਰੇ ਉਹਦੇ 'ਚ ਸਾਰਾ ਕਿਸਾਨ ਤਬਕਾ ਇਕੱਲਾ ਨਹੀਂ, ਪੂਰੇ ਇੰਡੀਆ ਹੀ ਜੁੜ ਗਿਆ ਸੀ ਉਹਦੇ ਨਾਲ, ਸਾਰੇ ਲੋਕ ਉਹਦੇ 'ਚ ਇਕੱਠੇ ਹੋ ਗਏ ਸੀ। ਹੁਣ ਦੂਜਾ ਜਿਹੜਾ ਇਸ ਵੇਲੇ ਇਹਨਾਂ ਦੀ ਮੰਗ ਹੈਗੀ ਆ, ਉਹ ਸਹੂਲਤਾਂ ਹੈਗੀਆਂ, MSP ਦੀ ਹੈਗੀ ਆ, ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਉਹਦੀ ਗੱਲ ਹੈਗੀ ਆ। ਡਕੈਤ ਸਾਹਿਬ ਨੇ ਵੀ ਕਹਿ ਦਿੱਤਾ ਕਿ ਜੇ ਸਾਨੂੰ ਘੱਟੋ ਘੱਟ ਸਮਰਥਨ ਮੁੱਲ ਦਾ ਜਾਂ ਕਮੇਟੀ ਨਹੀਂ ਬਣ ਸਕੀ ਜਾਂ ਉਹਦੇ 'ਤੇ ਨਹੀਂ ਦੇਣਗੇ, ਫਿਰ ਅਸੀਂ ਉਹਦੇ 'ਤੇ ਜੋ ਕੁਝ ਸੰਘਰਸ਼ ਕਰਨਾ ਦੁਬਾਰਾ ਵਿੱਢਿਆ ਜਾਊਗਾ। ਔਰ ਉਹਦੇ ਵਿੱਚ ਕਿਰਤੀ ਕਿਸਾਨ ਵੀ ਨਾਲ ਆ ਗਏ, ਜਿਹੜੇ ਕੰਮ ਕਰਦੇ ਖੇਤਾਂ ਵਿੱਚ ਜਾ ਕੇ ਔਰ ਖਲ ਵਾਹੁੰਦੇ ਆ ਜਾਂ ਪੱਠੇ ਵੱਢਦੇ ਆ ਜਾਂ ਡੰਗਰ ਮਾਲ ਨੂੰ ਸੰਭਾਲਦੇ ਆ, ਉਹ ਵੀ ਵਿੱਚ ਆਉਣ ਵਾਲੇ ਆ। ਹੁਣ ਇਹਨਾਂ ਦੀ ਪਾਵਰ, ਇਹਨਾਂ ਦੀ ਜਿਹੜੀ ਆ ਤਾਕਤ ਹੋਰ ਜ਼ਿਆਦਾ ਵੱਧ ਗਈ ਆ। ਔਰ ਇਹਦੇ ਵਿੱਚ ਕੇਂਦਰ ਸਰਕਾਰ ਨਾਲ ਇਕੱਲਿਆਂ ਨੇ ਲੜਾਈ ਹੈਗੀ, ਪੰਜਾਬ ਸਰਕਾਰ ਨਾਲ ਵੀ ਹੈਗੀ ਹੈ ਕਿ ਪੰਜਾਬ ਸਰਕਾਰ ਵੀ ਜਿਹੜੀ ਆ ਮੂੰਹ ਮੋੜ ਲੈਂਦੀ, ਦੂਜੇ ਪਾਸੇ ਗੱਲਾਂ ਕਰ ਲੈਂਦੀ ਆ, ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਹੂਲਤਾਂ ਪੂਰੀਆਂ ਨਹੀਂ ਹੁੰਦੀਆਂ। ਔਰ ਉਹਦੇ ਵਿੱਚ ਉਹਨਾਂ ਨੇ ਇਕੱਲੀ ਆਪਣੀ ਕਿਸਾਨਾਂ ਨੇ ਨਹੀਂ ਗੱਲ ਕੀਤੀ, ਮਜ਼ਦੂਰਾਂ ਦੀ ਵੀ ਗੱਲ ਕੀਤੀ ਜੀ, ਜਿਹੜੇ ਵਿਚਾਰੇ ਲੋਕ ਖੇਤੀਬਾੜੀ ਦੇ ਨਾਲ ਉਹਨਾਂ ਨਾਲ ਸਹਿਯੋਗ ਦਿੰਦੇ ਆ, ਉਹਨਾਂ ਲਈ ਹੈ। ਬੀਬੀਆਂ ਦੀ ਵੀ ਗੱਲ ਕੀਤੀ ਹੈ, ਜਿਹੜੇ ਵਿੱਚ ਉਹਨਾਂ ਨੇ ਗਰੁੱਪ ਸਮੂਹ ਬਣਾਏ ਆ, ਜਿਹਨਾਂ ਵਿੱਚ ਕੰਮ ਕਰਦੀਆਂ, ਦਰੀਆਂ ਬੁਣਦੀਆਂ, ਜਿਹਦੇ ਵਿੱਚ ਜਾ ਕੇ ਖੁੰਬਾਂ ਗਾਉਂਦੀਆਂ, ਜਿਹਦੇ ਵਿੱਚ ਜਾ ਕੇ ਖੇਤੀਬਾੜੀ ਨਾਲ ਸਹਾਇਕ ਧੰਦੇ ਆ ਉਹ ਚਲਾਉਂਦੀਆਂ, ਡੇਅਰੀ ਵੀ ਸੰਭਾਲਦੀਆਂ। ਉਹਨਾਂ ਬੀਬੀਆਂ ਦੀ ਵੀ ਗੱਲ ਕੀਤੀ ਆ, ਔਰ ਖੇਤੀ ਵਿਗਿਆਨੀਆਂ ਨਾਲ ਵੀ ਗੱਠਜੋੜ ਕੀਤਾ ਉਹਨਾਂ ਨੇ, ਔਰ ਸਲਾਹਾਂ ਕੀਤੀਆਂ ਕਿ ਜੇ ਪੰਜਾਬ ਨੂੰ ਖੁਸ਼ਹਾਲ ਕਰਨਾ ਜਾਂ ਪੰਜਾਬ ਨੂੰ ਰੰਗਲਾ ਬਣਾਉਣਾ, ਤਾਂ ਇਕੱਲਾ ਕਿਸਾਨ ਔਰ ਕਿਰਤੀ ਕਿਸਾਨ ਰਲ ਕੇ ਬਣਾ ਸਕਦੇ ਆ। ਜੇ ਰਸ਼ੀਆ ਦੀ 1917 ਦੀ ਕ੍ਰਾਂਤੀ ਦੀ ਗੱਲ ਕਰੀਏ, ਉਹਦੇ 'ਚ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਆਏ ਔਰ ਸਾਰਾ ਮਸ਼ੀਨਰੀ ਯੁੱਗ ਆ ਗਿਆ, ਕੰਮ ਹੋ ਗਿਆ, ਔਰ ਲੋਕਾਂ ਨੇ ਇਹ ਨਾਅਰਾ ਦੇ ਦਿੱਤਾ ਕਿ ਜੇ ਯੂਨਾਈਟ ਹੋਣਾ ਤੇ ਕਿਰਤੀ ਕਿਸਾਨ ਇਕੱਠੇ ਹੋ ਜਾਣ। ਇਹੀ ਲੋਕ ਦੋ ਤਬਕੇ ਸਭ ਤੋਂ ਵੱਡੇ ਤਬਕੇ ਹੈਗੇ ਆ, ਇਹੀ ਕੰਮ ਕਰ ਰਹੇ ਆ, ਪ੍ਰੋਫੈਸ਼ਨਲ ਜਿਹੜੇ ਲੋਕ ਨੇ ਇਹੀ ਹੈਗੇ ਆ। ਔਰ ਇਹ ਬਹੁਤ ਵੱਡੀ ਗੱਲ ਹੈ ਜੇ ਪੰਜਾਬ ਵਿੱਚ ਇਹਨਾਂ ਨੂੰ ਜਾਗ ਆ ਗਈ, ਜੇ ਪੰਜਾਬ ਵਿੱਚ ਇਹਨਾਂ ਨੇ ਗੱਲ ਛੇੜ ਲਈ ਇਕੱਠਿਆਂ ਨੇ ਹੋ ਕੇ, ਤੇ ਹੋ ਸਕਦਾ ਕਿ ਬਹੁਤ ਵੱਡੀ ਕ੍ਰਾਂਤੀ ਆਉਣ ਦਾ ਸੁਨੇਹਾ ਹੈ। ਕਿਉਂਕਿ ਲੋਕ ਇਹ ਮੰਨਦੇ ਨੇ, ਐਕਸਪਰਟਸ ਵੀ ਇਹ ਮੰਨਦੇ ਨੇ ਕਿ ਇੰਡੀਆ ਦੇ ਵਿੱਚ ਇੱਕ ਦੂਜੀ ਕ੍ਰਾਂਤੀ ਚਾਹੀਦੀ ਹੈ, ਦੂਜੀ ਆਜ਼ਾਦੀ ਦੀ ਲੜਾਈ ਚਾਹੀਦੀ ਹੈ। ਪਹਿਲਾਂ ਅੰਗਰੇਜ਼ਾਂ ਕੋਲੋਂ ਆਜ਼ਾਦੀ ਚਾਹੀਦੀ ਸੀ, ਹੁਣ ਇਹ ਜਿਹੜੇ ਬਾਗੜ ਬਿੱਲੇ ਬੈਠੇ ਨੇ ਇਹਨਾਂ ਕੋਲੋਂ ਆਜ਼ਾਦੀ ਚਾਹੀਦੀ ਹੈ, ਦੂਜੀ ਆਜ਼ਾਦੀ ਦੀ ਲੜਾਈ ਦੀ ਲੋੜ ਹੈ, ਦੂਜੀ ਕ੍ਰਾਂਤੀ ਦੀ ਲੋੜ ਹੈ। ਇਹ ਐਕਸਪਰਟਸ ਮੰਨਦੇ ਨੇ। ਔਰ ਜੋ ਹਾਲਾਤ ਅਸੀਂ ਦੇਖ ਰਹੇ ਹਾਂ, ਵਾਕਈ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਆਪਣੀਆਂ ਮੁਸ਼ਕਿਲਾਂ ਦਾ ਖੁਦ ਹੱਲ ਲੱਭਣਾ ਚਾਹੀਦਾ ਔਰ ਖੁਦ ਹੱਲ ਕਰਨਾ ਵੀ ਚਾਹੀਦਾ ਆਪਣੀਆਂ ਮੁਸ਼ਕਿਲਾਂ ਦਾ, ਭਾਰਤ ਦੇ ਸੰਵਿਧਾਨ ਦੇ ਮੁਤਾਬਿਕ, ਲੋਕਤੰਤਰ ਦੇ ਮੁਤਾਬਿਕ ਅੰਦੋਲਨ ਕਰਦੇ ਹੋਏ ਆਪਣੇ ਸਾਰੇ ਜੋ ਉਹਨਾਂ ਦੇ ਮਸਲੇ ਨੇ ਉਹਨਾਂ ਦਾ ਹੱਲ ਲੱਭਣਾ ਚਾਹੀਦਾ, ਬਲਕਿ ਮਿਲ ਜੁਲ ਕੇ ਸਭ ਨੂੰ ਕਰਨਾ ਚਾਹੀਦਾ। ਉਹਦੇ 'ਚ ਰਾਜਨੀਤਿਕ ਜਮਾਤ ਨੂੰ ਵੀ ਲੋਕਾਂ ਦਾ ਸਾਥ ਦੇਣਾ ਚਾਹੀਦਾ, ਲੋਕਾਂ ਨਾਲ ਚੱਲਣਾ ਚਾਹੀਦਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਥ ਦੇਣਾ ਚਾਹੀਦਾ। ਸੋ ਅਸੀਂ ਆਪਣਾ ਸਾਥ ਮੰਗਦੇ ਹਾਂ ਆਪਣੇ ਦਰਸ਼ਕਾਂ ਦਾ ਵੀ, ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰਿਆ ਕਰੋ, ਇਹ ਸਾਡਾ ਸਾਥ ਨਿਭਾਇਆ ਕਰੋ ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ, ਜ਼ਰੂਰ ਜੀ। ਸਤਿ ਸ਼੍ਰੀ ਅਕਾਲ।